ਮਾਂ ਕਿਸੇ ਵੀ ਰਜਿਸਟਰਡ ਡਾਕੂਮੈਂਟ ਦਾ ਕੀਤਾ ਜਾ ਸਕਦਾ, ਪਰ ਉਹਦੀ ਸੈਂਸ ਨਹੀਂ ਬਦਲੀ ਜਾ ਸਕਦੀ। ਬਿਲਕੁਲ ਹਾਂ, ਕਲੈਰੀਕਲ ਮਿਸਟੇਕ ਹੈ, ਕੋਈ ਸਪੈਲਿੰਗ ਮਿਸਟੇਕ ਹੈ, ਕੋਈ ਡੇਟ ਆਫ ਬਰਥ ਗਲਤ ਪੈ ਗਿਆ, ਕੋਈ ਐਡਰੈਸ ਦੇ ਵਿੱਚ ਬਠਿੰਡੇ ਦੀ ਥਾਂ ਤੇ ਜਲੰਧਰ ਪੈ ਗਿਆ, ਪੈਣਾ ਬਠਿੰਡਾ ਸੀ, ਕੋਈ ਗਲੀ ਨੰਬਰ ਗਲਤ ਪੈ ਗਿਆ, ਕੋਈ ਮਤਲਬ ਮੋਬਾਈਲ ਨੰਬਰ ਗਲਤ ਪੈ ਗਿਆ, ਕੁਝ ਵੀ ਆਪਾਂ ਆਧਾਰ ਨੰਬਰ ਗਲਤ ਪੈ ਗਿਆ, ਠੀਕ ਕਰਨਾ ਉਹ ਕਰ ਸਕਦੇ ਹਾਂ, ਕੋਈ ਇਸ਼ੂ ਨਹੀਂ ਹੈਗਾ। ਪਰ ਇਹ ਉਹ ਸਾਰੀਆਂ ਇਹ ਜਿੰਨੀਆਂ ਅਮੈਂਡਮੈਂਟਸ ਜਿਹੜੀਆਂ ਨੇ ਉਹਦੇ ਨਾਲ ਉਹ ਬੰਦੇ ਦੀ ਆਇਡੈਂਟੀਟੀ ਨਹੀਂ ਚੇਂਜ ਹੋਣੀ ਚਾਹੀਦੀ। ਹਾਂ, ਮਤਲਬ ਅਕਸਰ ਇੱਕ ਦੋ ਅਸੀਂ ਮੇਰੇ ਕੋਲ ਰਜਿਸਟਰੀਆਂ ਵੀ ਧਿਆਨ 'ਚ ਆਈਆਂ, ਪੁਰਾਣੀ ਗੱਲ ਹੈਗੀ ਆ, ਮਤਲਬ ਪਾਰਟੀਆਂ ਹੀ ਬਦਲ ਦਿੱਤੀਆਂ ਗਈਆਂ ਵੀ ਉਹ ਅਸੀਂ ਨਾ ਜੀ ਸਾਲ ਪਹਿਲਾਂ ਰਜਿਸਟਰੀ ਕਰਾਈ ਸੀਗੀ, ਉਹ ਗਲਤੀ ਨਾਲ ਨਾ ਨਾਮ ਆਹ ਪੈ ਗਏ ਜਦ ਕਿ ਆਹ ਪੈਣੇ ਚਾਹੀਦੇ ਸੀਗੇ। ਸਟਾਂਪ ਬਚਾਉਣ ਦੇ ਵਾਸਤੇ ਉਹਨੇ ਤਦੀਮਾ ਕਰਤਾ। ਚਲੋ ਉਹਨੂੰ ਅਫਸਰ ਰਿਟਾਇਰ ਵੀ ਹੋ ਗਏ, ਉਹਦਾ ਇਹੋ ਜਿਹਾ ਕੁਝ ਨਹੀਂ ਕਰਦਾ। ਹਾਂਜੀ ਹਾਂ, ਅਮਨ ਚਾਵਲਾ ਜੀ, ਇਹ ਕੋਈ ਬਾਰ ਨਹੀਂ ਹੈਗਾ ਵੀ ਸਿੰਗਲ ਚਾਈਲਡ ਅਡੋਪਸ਼ਨ 'ਚ ਦੇ ਸਕਦੇ ਆ ਕਿ ਨਹੀਂ ਦੇ ਸਕਦੇ, ਦੇ ਸਕਦੇ ਆ ਜੀ, ਕੋਈ ਇਸ਼ੂ ਨਹੀਂ ਹੈਗਾ। ਸਪੋਜ਼ ਕਰੋ ਇੱਕ ਵਿਡੋ ਲੇਡੀ ਹੈਗੀ ਆ, ਪੂਅਰ ਹੈਗੀ ਆ, ਉਹਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੈਗੀ ਆ, ਬੱਚਾ ਉਹ ਪਾਲ ਨਹੀਂ ਸਕਦੀ, ਤਾਂ ਬੱਚੇ ਵਾਸਤੇ ਕੋਈ ਚੰਗੇ ਪੇਰੈਂਟਸ ਮਿਲ ਰਹੇ ਨੇ ਜਿਹੜੇ ਉਹਨੂੰ ਪੜ੍ਹਾਉਣਗੇ ਲਿਖਾਉਣਗੇ, ਉਹਦੀ ਲਾਈਫ ਬਣ ਸਕਦੀ ਹੈ, ਦੈਨ ਸ਼ੀ ਕੈਨ ਗਿਵ। ਜਾਂ ਉਹਦੇ ਵਿਡੋ ਦੀ ਰੀਮੈਰਿਜ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ ਵੀ ਉਹ ਕਹਿੰਦੇ, ਅਗਲੀ ਫੈਮਿਲੀ ਕਹਿੰਦੀ ਹੈ ਵੀ ਸਾਨੂੰ ਬੱਚਾ ਨਹੀਂ ਚਾਹੀਦਾ, ਤਾਂ ਸਿੰਗਲ ਚਾਈਲਡ ਨੂੰ ਦਿੱਤਾ ਜਾ ਸਕਦਾ, ਕੋਈ ਬਾਰ ਨਹੀਂ ਹੈਗਾ। ਇੱਥੇ ਗੱਲ ਕਲੀਅਰ ਕਰਨ ਵਾਲੀ ਹੈ ਵੀ ਬੱਚੇ ਦੇ ਦੇਣ ਤੇ ਸਿੰਗਲ 2 3 ਕੋਈ ਪਾਬੰਦੀ ਨਹੀਂ ਹੈ। 2 ਕੁੜੀਆਂ ਹੋ ਸਕਦੀਆਂ, 2 ਮੁੰਡੇ, ਸਿਰਫ ਲੈਣ ਤੇ ਪਾਬੰਦੀਆਂ ਨੇ। ਮੈਂ ਜਸਟ ਇਹਦੀ ਕੁਐਰੀ ਕਰਨ ਲੱਗਾ ਵੀ ਦੇਣ ਤੇ 1 ਬੱਚਾ, 2 ਬੱਚੇ ਨੇ, 3 ਬੱਚੇ, ਪਾਬੰਦ ਲੈਣ ਤੇ ਪਾਬੰਦੀਆਂ ਜਿਹੜੀਆਂ ਬਲਕਰਨ ਜੀ ਕਹਿ ਰਿਹਾ, ਅੱਗੇ ਡਿਸਕਸ ਕਰਦੇ ਆ ਤੁਹਾਨੂੰ। ਅੱਗੇ ਹੈਗਾ ਸੈਕਸ਼ਨ 10 ਹੈਗਾ ਜੀ, ਪਰਸਨ ਹੂ ਮੇ ਬੀ ਅਡਾਪਟਡ, ਵੀ ਅਡਾਪਸ਼ਨ ਦੇ ਵਿੱਚ ਕੌਣ ਲਿਆ ਜਾ ਸਕਦਾ ਹੈਗਾ। ਤਾਂ ਸਭ ਤੋਂ ਵੱਡੀ ਹੈ ਹੀ ਔਰ ਸ਼ੀ ਸ਼ੁੱਡ ਬੀ ਅ ਹਿੰਦੂ। ਸੋ ਇੱਕ ਹਿੰਦੂ ਹੀ ਅਡਾਪਸ਼ਨ ਦੇ ਵਿੱਚ ਲੈ ਸਕਦਾ ਹੈ, ਤੇ ਹਿੰਦੂ ਹੀ ਦੇ ਸਕਦਾ ਹੈ, ਤੇ ਹਿੰਦੂ ਹੀ ਲਿਆ ਜਾ ਸਕਦਾ ਹੈ। ਸਭ ਤੋਂ ਵੱਡੀ ਪਹਿਲੀ ਕੰਡੀਸ਼ਨ ਇਹੀ ਹੈ। ਜਿੱਥੇ ਬੰਦੇ ਦਾ ਨੋਨ ਬਰਥ ਪਤਾ ਹੈਗਾ ਆਪਾਂ ਨੂੰ ਵੀ, ਜਾਂ 5 ਸਾਲ ਤੱਕ ਬੰਦਾ ਮੁਸਲਿਮ ਸੀਗਾ ਜਾਂ ਮੁਸਲਿਮ ਹੈਗਾ, ਬੱਚਾ ਹੈਗਾ, ਉਹਨੂੰ ਹਿੰਦੂ ਕੋਈ ਅਡਾਪਟ ਨਹੀਂ ਕਰ ਸਕਦਾ, ਨਾ ਕ੍ਰਿਸਚਨ ਨੂੰ ਅਡਾਪਟ ਕਰ ਸਕਦੇ ਆਪਾਂ। ਸਿਰਫ ਹਿੰਦੂ, ਸਿੱਖ, ਬੁੱਧਿਸਟ ਤੇ ਜੈਨ, ਇਹ 4 ਕੈਟਾਗਰੀਜ਼ ਦੇ ਬੱਚੇ ਹੀ ਇਸ ਐਕਟ ਥੱਲੇ ਅਡਾਪਟ ਕੀਤੇ ਜਾ ਸਕਦੇ ਨੇ। ਜਾਂ ਜਿਵੇਂ ਅਬੰਡੈਂਟ ਚਾਈਲਡ ਹੈਗਾ, ਬ੍ਰੌਟ ਅਪ ਐਜ਼ ਅ ਹਿੰਦੂ, ਉਹ ਕੀਤਾ ਜਾ ਸਕਦਾ ਹੈਗਾ। ਪਰ ਜਿੱਥੇ ਉਹਦਾ ਆਪਾਂ ਨੂੰ ਉਹਦੀ ਬਰਥ ਤੋਂ ਰਿਲੀਜਨ ਪਤਾ ਹੈਗੀ ਹੈ, ਜੋ ਹਿੰਦੂ ਨੂੰ ਛੱਡ ਕੇ ਕੋਈ ਹੋਰ ਹੈ, ਤਾਂ ਇਹਨਾਂ 4 ਕੈਟਾਗਰੀਜ਼ ਤੋਂ ਬਿਨਾਂ ਕੋਈ ਜਿਵੇਂ ਮੁਸਲਿਮ ਹੈ ਜਾਂ ਕ੍ਰਿਸਚਨ ਹੈ, ਜਿਊ ਹੈ, ਜ਼ੋਰੈਸਟਰੀਅਨ ਹੈ, ਕੋਈ ਵੀ ਹੈ, ਕੋਈ ਹੋਰ ਹੈ, ਤਾਂ ਉਹ ਨਹੀਂ ਇਸ ਥੱਲੇ ਅਡਾਪਟ ਕੀਤਾ ਜਾ ਸਕਦਾ ਬੱਚਾ। ਸੈਕੰਡਰੀ ਕੰਡੀਸ਼ਨ ਹੈਗੀ ਹੈ, ਸ਼ੀ ਹੈਜ਼ ਔਰ ਹੈਜ਼ ਨਾਟ ਆਲਰੇਡੀ ਬੀਨ ਅਡਾਪਟਡ, ਮਤਲਬ ਵੀ ਉਹ ਬੱਚਾ ਇੱਕ ਵਾਰੀ ਹੀ ਅਡਾਪਟ ਕੀਤਾ ਜਾਂਦਾ ਹੈ। ਜੇ ਇੱਕ ਵਾਰੀ ਅਡਾਪਟ ਕਰ ਲਿਆ ਤਾਂ ਉਹਨੂੰ ਆਪਾਂ ਫਰਦਰ ਅਡਾਪਸ਼ਨ ਦੇ ਵਿੱਚ ਨਹੀਂ ਦੇ ਸਕਦੇ। ਸਪੋਜ਼ ਕਰੋ ਕਈ ਵਾਰੀ ਬੱਚਾ ਜੀ ਨਹੀਂ ਲਾਉਂਦਾ, ਹੋਰ ਨਹੀਂ ਕਰਦਾ, ਤਾਂ ਬੰਦਾ ਸੋਚੇ ਵੀ ਮੈਂ ਇਹਨੂੰ ਗਾਹਾਂ ਅਡਾਪਸ਼ਨ ਦੇ ਦਿਆਂ ਜਾਂ ਵਾਪਸ ਕਰ ਦਿਆਂ, ਤਾਂ ਇਹ ਨਹੀਂ ਹੋ ਸਕਦਾ। ਦਿਸ ਇਜ਼ ਨਾਟ ਪੋਸੀਬਲ। ਥਰਡ ਕੰਡੀਸ਼ਨ ਹੈਗੀ ਹੈ, ਹੀ ਔਰ ਹੀ ਹੈਜ਼ ਨਾਟ ਬੀਨ ਮੈਰਿਡ। ਇਹਦਾ ਮਤਲਬ ਹੈ ਕਿ ਇੱਕ ਮੈਰਿਡ ਬੱਚਾ, ਮੈਰਿਡ ਬੰਦਾ ਅਡਾਪਸ਼ਨ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਉਹਦੇ ਨਾਲ ਕੰਪਲੀਕੇਸ਼ਨਸ ਵੱਧ ਜਾਂਦੀਆਂ। ਜੇ ਸਪੋਜ਼ ਕਰੋ ਇੱਕ ਮੁੰਡਾ ਵਿਆਹ ਹੋਇਆ ਹੈਗਾ, ਪਹਿਲਾਂ ਚਾਈਲਡ ਮੈਰਿਜ ਹੁੰਦੀਆਂ ਸੀ, 12 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਉਹਦਾ, ਤਾਂ ਹੁਣ ਵੀ ਹੁੰਦੇ ਆ ਰਾਜਸਥਾਨ ਦੇ ਵਿੱਚ, MP ਦੇ ਵਿੱਚ, UP ਦੇ ਵਿੱਚ, ਸ਼ਾਇਦ ਪੰਜਾਬ 'ਚ ਵੀ ਕਿਤੇ ਕਿਤੇ ਹੁੰਦੇ ਹੋਣਗੇ, ਵੀ 10 ਸਾਲ 12 ਸਾਲ ਦਾ ਜਵਾਕ ਵਿਆਹ ਤਾ, ਮੁੰਡਾ ਜਾਂ ਕੁੜੀ ਵਿਆਹ ਤੇ,
ਵੈਸੇ ਤਾਂ ਉਹ ਪਰਫੈਕਟਲੀ ਵੈਲਿਡ ਮੈਰਿਜ ਹੈਗੀ ਆ, ਠੀਕ ਹੈ। ਕੰਡੀਸ਼ਨ ਭਾਵੇਂ ਦੀ ਹੈਗੀ ਹੈ ਵੀ ਇਹ ਕੁੜੀ 18 ਸਾਲ ਤੋਂ ਛੋਟੀ ਨਹੀਂ ਹੋਣੀ ਚਾਹੀਦੀ, ਮੁੰਡਾ 21 ਸਾਲ ਤੋਂ ਛੋਟਾ ਨਹੀਂ ਹੋਣਾ ਚਾਹੀਦਾ, ਪਰ ਸਪੋਜ਼ ਕਰੋ ਹੋ ਗਿਆ ਵਿਆਹ, ਤਾਂ ਫਿਰ ਵੀ ਉਹ ਵਿਆਹ ਜਿਹੜਾ ਹੈਗਾ ਵੈਲਿਡ ਮੰਨਿਆ ਜਾਂਦਾ ਹੈਗਾ। ਇਹ ਕੰਡੀਸ਼ਨ ਤਾਂ ਪਾਈ ਗਈ ਹੈਗੀ ਹੈ ਵੀ ਸਪੋਜ਼ ਕਰੋ ਇੱਕ ਮੁੰਡਾ ਦਾ 12 ਸਾਲ ਦੀ ਉਮਰ 'ਚ ਵਿਆਹ ਹੋ ਗਿਆ, ਤਾਂ ਕੁੜੀ ਛੋਟੀ ਆ, ਉਹ ਵੀ 10-11 ਸਾਲ ਦੀ ਹੈਗੀ ਆ, 13ਵੇਂ ਸਾਲ ਦੇ ਵਿੱਚ ਜਾ ਕੇ ਮੁੰਡਾ ਉਹ ਅਡੋਪਸ਼ਨ 'ਚ ਦੇਤਾ, ਤਾਂ ਮੁੰਡਾ ਤਾਂ ਅਡੋਪਸ਼ਨ ਦਿੱਤਾ ਨਾਲ ਉਹਦੀ ਘਰ ਵਾਲੀ ਵੀ ਦੇ ਦਿੱਤੀ, ਜਦ ਕਿ ਉਹਦੀ ਕੰਸੈਂਟ ਉਹਦੇ ਮਦਰ ਫਾਦਰ ਨੇ ਦੇਣੀ ਹੈ। ਉਹ ਨੈਚੁਰਲੀ ਜਾਊਗੀ ਤਾਂ ਉਹਦੇ ਮਗਰ ਹੀ, ਆਪਦੇ ਹਸਬੈਂਡ ਦੇ ਮਗਰ ਹੀ ਜਾਊਗੀ ਉਹ। ਤਾਂ ਇੱਕ ਇਹਨੂੰ ਸੋਸ਼ਲ ਕੰਪਲੀਕੇਸ਼ਨ ਨੂੰ ਖਤਮ ਕਰਨ ਵਾਸਤੇ ਕੰਡੀਸ਼ਨ ਰੱਖੀ ਗਈ ਸੀਗੀ। ਜਾਂ ਸਪੋਜ਼ ਕਰੋ ਕੁੜੀ ਦਾ ਚਾਈਲਡ ਮੈਰਿਜ ਹੋ ਚੁੱਕੀ ਹੈ, ਉਹਦਾ ਘਰ ਵਾਲਾ ਧੱਕੇ ਨਾਲ ਹੀ ਕਿਸੇ ਨੂੰ ਅਡੋਪਸ਼ਨ ਚਲਾ ਗਿਆ, ਇਸ ਕਰਕੇ ਜਿਹੜਾ ਹੈਗਾ। ਪਰ ਇਹਦੇ ਨਾਲ ਥੋੜ੍ਹਾ ਜਿਹਾ ਰੱਖਿਆ ਉਹਨਾਂ ਨੇ ਵੀ ਜੇ ਕਸਟਮ ਯੂਸੇਜ ਹੈਗੀ ਹੈ ਤਾਂ ਜਿੱਥੇ ਵੀ ਮੈਰਿਡ ਪਰਸਨ ਦੀ ਅਡੋਪਸ਼ਨ ਹੋ ਸਕਦੀ ਹੈ ਤਾਂ ਇਹ ਮੰਨ ਲਈ ਜਾਵੇ। ਤਾਂ ਜੇ ਕੱਲ੍ਹ ਨੂੰ ਤੁਹਾਡੇ ਕੋਲ ਕੋਈ ਬੰਦਾ ਆ ਕੇ ਕਹੇ ਜੀ ਆ ਮੈਰਿਡ ਹੈਗਾ ਤੇ ਇਹਦੀ ਅਡੋਪਸ਼ਨ ਕਰੋ, ਤੁਸੀਂ ਫਲੈਟਲੀ ਰਿਫਿਊਜ਼ ਕਰਨਾ। ਉਹ ਆਖੇ ਸਾਡੇ ਰਿਵਾਜ਼ ਹੈਗਾ, ਤਾਂ ਕਹੋ ਜੀ ਰਿਵਾਜ਼ ਹੈਗਾ ਤਾਂ ਕੋਈ ਸਿਵਲ ਕੋਰਟ ਦੀ ਡਿਗਰੀ ਦਿਖਾਓ ਜਾਂ ਕੋਈ ਜਜਮੈਂਟ ਦਿਖਾਓ ਜਿੱਥੇ ਤੁਹਾਡਾ ਮੈਂਸ਼ਨ ਹੋਵੇ ਵੀ ਤੁਹਾਡੀ ਬਰਾਦਰੀ ਦੇ ਵਿੱਚ ਜਾਂ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਕਸਟਮ ਹੈਗਾ। ਇਕੱਲੇ ਕਹਿਣ ਨਾਲ ਨਹੀਂ ਹੁੰਦਾ, ਕੋਈ ਉਹਦਾ ਲੀਗਲ ਵੀ ਡਾਕੂਮੈਂਟ ਚਾਹੀਦਾ ਹੁੰਦਾ ਹੈਗਾ ਜਿਹਦੇ ਵਿੱਚ ਉਹ ਹੋਵੇ ਵੀ ਹਾਂਜੀ ਵੀ ਇਹ ਮੈਰਿਡ ਹੈਗਾ, ਪਰ ਇਹ ਹੀ ਕੈਨ ਬੀ ਗਿਵਨ ਇਨ ਅਡੋਪਸ਼ਨ, ਸਾਡੇ ਆ ਕਸਟਮ ਚੱਲ ਰਿਹਾ ਹੈਗਾ। ਕੋਈ ਸਿਵਲ ਕੋਰਟ ਦੀ ਡਿਗਰੀ ਦੇ ਵਿੱਚ ਉਹੋ ਜਿਹੀ ਫਾਈਂਡਿੰਗ ਆਈ ਹੋਵੇ, ਕੋਈ ਹਾਈ ਕੋਰਟ ਦੀ ਡਿਗਰੀ ਦੇ ਵਿੱਚ ਕੋਈ ਫਾਈਂਡਿੰਗ ਆਈ ਹੋਵੇ ਵੀ ਹਾਂ ਇਸ ਇਲਾਕੇ ਦੇ ਵਿੱਚ ਜਾਂ ਇਸ ਪਰਿਵਾਰ ਦੇ ਵਿੱਚ ਜਾਂ ਇਸ ਬਰਾਦਰੀ ਦੇ ਵਿੱਚ ਜਾਂ ਇਸ ਪਰਟੀਕੂਲਰ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਰਿਵਾਜ਼ ਹੈਗੇ ਜਿੱਥੇ ਮੈਰਿਡ ਪਰਸਨ ਕੈਨ ਬੀ ਗਿਵਨ ਇਨ ਅਡੋਪਸ਼ਨ। ਠੀਕ ਹੈ, ਕਲੀਅਰ ਹੈ ਜੀ? ਹੈਲੋ ਜੀ ਸਰ, ਕਲੀਅਰ ਹੈ ਸਰ। ਇੱਕ ਕੁਐਸਚਨ ਆਇਆ ਸੀਗਾ ਅਮਨਦੀਪ ਗੋਇਲ ਜੀ ਵੱਲੋਂ ਕਿ ਮਿਨੀਮਮ ਏਜ ਤੇ ਮੈਕਸਿਮਮ ਏਜ ਜਿਹੜੀ ਹੈਗੀ ਹੈ ਚਾਈਲਡ ਟੂ ਬੀ ਅਡਾਪਟਡ। ਉਹ ਨੈਕਸਟ ਪੁਆਇੰਟ ਹੈ। ਥਰਡ ਜਿਹੜਾ ਫੋਰਥ ਪੁਆਇੰਟ ਹੈਗਾ, ਇਹ ਹੈਗਾ he or she has not completed 15 years of age। ਮਤਲਬ 15 ਸਾਲ ਤੋਂ ਜਿਸ ਦਿਨ ਅਡੋਪਸ਼ਨ ਦਿਖਾ ਰਹੇ ਨੇ ਤਾਂ ਉਸ ਦਿਨ 15 ਸਾਲ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਮਤਲਬ 14 ਸਾਲ 364 ਦਿਨ ਹੋ ਜਾਣ ਤਾਂ ਤੁਸੀਂ ਅਡੋਪਸ਼ਨ ਡੀਡ ਰਜਿਸਟਰ ਕਰਨੀ ਹੈਗੀ ਹੈ, ਅਨਲੈਸ ਕੋਈ ਕਸਟਮ ਜਾਂ ਉਹ ਪ੍ਰੂਵ ਕਰਦੇ ਨੇ। ਹੁਣ 15 ਈਅਰਸ ਕਿੱਥੇ ਗਿਣਾਂਗੇ ਆਪਾਂ? ਜਿੱਦੇ ਆਪਣੇ ਕੋਲ ਡੀਡ ਪੇਸ਼ ਹੋਈ ਕਿ ਜਿੱਦੇ ਅਡੋਪਸ਼ਨ ਕੀਤੀ ਉਹਨਾਂ ਨੇ? ਦਿਸ ਇਜ਼ ਦਾ ਕੁਐਸਚਨ। ਜੇ ਉਹਨਾਂ ਦੀ ਡੀਡ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਸਾਲ ਪਹਿਲਾਂ ਅਡੋਪਸ਼ਨ ਕੀਤੀ ਸੀਗੀ ਤਾਂ ਅਸੀਂ ਅੱਜ ਰਜਿਸਟਰ ਕਰਾਉਣੇ ਆ, ਨੋ ਬਾਰ, ਕੋਈ ਬਾਰ ਨਹੀਂ ਹੈਗਾ, ਜਦੋਂ ਮਰਜ਼ੀ ਡੀਡ ਰਜਿਸਟਰ ਕਰਾਈ ਜਾ ਸਕਦੀ ਹੈਗੀ ਹੈ। ਪਰ ਉਹਦੇ ਵਿੱਚ ਲਿਖਿਆ ਹੋਣਾ ਚਾਹੀਦਾ। ਜੇ ਉਹ ਸਾਈਲੈਂਟ ਹੈਗਾ ਵੀ ਅਸੀਂ ਕਦੋਂ ਇਹਨੂੰ ਅਡੋਪਟ ਕੀਤਾ ਸੀਗਾ ਤਾਂ ਉਹ ਅੱਜ ਸਮਝਿਆ ਜਾਊਗਾ। ਫਿਰ ਦੈਨ ਯੂ ਕੈਨ ਫਲੈਟਲੀ ਰਿਫਿਊਜ਼ ਵੀ ਨਹੀਂ ਵੀ ਤੁਸੀਂ ਜਿਹੜਾ 15 ਸਾਲ ਤੋਂ ਵੱਡਾ ਹੋ ਚੁੱਕਿਆ। ਸਪੋਜ਼ ਕਰੋ ਅਡੋਪਸ਼ਨ 6 ਮਹੀਨੇ ਪਹਿਲਾਂ ਹੋ ਗਈ ਸੀਗੀ, ਉਦੋਂ ਬੰਦਾ 14.5 ਸਾਲ ਦਾ ਸੀਗਾ, ਪਰ ਉਹ 6 ਮਹੀਨੇ ਨਹੀਂ ਉਹ ਅਡੋਪਸ਼ਨ ਡੀਡ ਰਜਿਸਟਰ ਕਰਵਾ ਸਕੇ, ਤਾਂ ਇਹਦਾ ਮਤਲਬ ਨਹੀਂ ਵੀ ਅਡੋਪਸ਼ਨ ਅੱਜ ਇਨਵੈਲਿਡ ਹੋ ਗਈ ਹੈ। ਆਪਾਂ ਤਾਂ ਸਿਰਫ ਇੱਕ ਮੈਮੋਰੈਂਡਮ ਆਫ ਜਿਹੜਾ ਹੈਗਾ ਉਹਨੂੰ ਅਡੋਪਸ਼ਨ ਨੂੰ ਰਜਿਸਟਰ ਕਰ ਰਹੇ ਹਾਂ। ਸਪੋਜ਼ ਕਰੋ 2 ਸਾਲ ਪਹਿਲਾਂ ਅਡੋਪਸ਼ਨ ਹੋਈ ਸੀਗੀ, ਉਦੋਂ ਬੱਚਾ 14.5 ਸਾਲ ਦਾ ਸੀ, 15 ਸਾਲ ਦਾ ਸੀਗਾ, 15 ਸਾਲ ਪੂਰੇ ਨਹੀਂ ਹੋਏ ਸੀਗੇ, ਅੱਜ ਉਹ 18 ਸਾਲ ਦਾ ਹੋ ਚੁੱਕਿਆ। ਜੇ ਉਹ ਡੀਡ ਸਾਈਲੈਂਟ ਹੈਗੀ ਆ, ਅਡੋਪਸ਼ਨ ਡੀਡ ਸਾਈਲੈਂਟ ਹੈ ਵੀ ਅਡੋਪਸ਼ਨ ਕਦੋਂ ਹੋਈ ਸੀਗੀ, ਤਾਂ ਤੁਸੀਂ ਅੱਜ ਮੰਨ ਸਕਦੇ ਹੋ ਵੀ ਅੱਜ ਹੀ ਅਡੋਪਸ਼ਨ ਹੋ ਰਹੀ ਹੈ, ਦੈਨ ਯੂ ਕੈਨ ਰਿਫਿਊਜ਼ ਇਟ। ਜੇ ਉਹ ਡੀਡ ਦੇ ਵਿੱਚ ਪਹਿਲਾਂ ਮੈਂਸ਼ਨ ਹੈ ਵੀ ਅਸੀਂ 2 ਸਾਲ ਪਹਿਲਾਂ ਅਡੋਪਟ ਕੀਤਾ ਸੀਗਾ ਪਰ ਅਸੀਂ ਉਦੋਂ ਰਜਿਸਟਰ ਨਹੀਂ ਕਰਾਇਆ, ਕਿਉਂਕਿ ਕੰਪਲਸਰੀ ਰਜਿਸਟਰੇਬਲ ਤਾਂ ਹੈ ਨਹੀਂ ਇਹ ਡਾਕੂਮੈਂਟ, ਸਿਰਫ ਇਹ ਆਪਸ਼ਨਲ ਹੈ, ਪਾਰਟੀਜ਼ ਦੀ ਮਰਜ਼ੀ ਹੈ, ਕਰਾਉਣਾ ਚਾਹਣ ਕਰਾ ਸਕਦੇ ਆ, ਨਹੀਂ ਤਾਂ ਵੈਸੇ ਵੀ ਜਿਹੜੀ ਹੈਗੀ ਹੈ ਅਡੋਪਸ਼ਨ ਪ੍ਰੂਵ ਕੀਤੀ ਜਾ ਸਕਦੀ ਹੈ। ਜਸਟ ਗਿਵ ਐਂਡ ਟੇਕ ਸੈਰੇਮਨੀ ਪ੍ਰੂਵ ਕਰਕੇ ਵੀ ਇਹ ਅਡੋਪਸ਼ਨ ਦੇ ਬੈਨੀਫਿਟਸ ਲਏ ਜਾ ਸਕਦੇ ਨੇ। ਇਸ ਕਰਕੇ ਇੱਥੇ ਥੋੜੀ ਜਿਹੀ ਕਨਫਿਊਜ਼ਨ ਅਕਸਰ ਬਣਦੀ ਹੁੰਦੀ ਹੈ। ਇਸ ਕਰਕੇ ਡੀਡ ਨੂੰ ਧਿਆਨ ਨਾਲ ਪੜ੍ਹੋ,
ਡੀਡ ਨੂੰ ਧਿਆਨ ਨਾਲ ਪੜ੍ਹੋਗੇ, ਜੇ ਉਹਦੇ ਵਿੱਚ ਕੋਈ ਪ੍ਰੀਵੀਅਸ ਡੇਟ ਮੈਂਸ਼ਨ ਹੈਗੀ ਹੈ ਤੇ ਉਸ ਡੇਟ ਨੂੰ ਜੇ ਉਹ 15 ਸਾਲ ਦਾ ਬੱਚਾ ਨਹੀਂ ਹੋਇਆ ਤਾਂ ਅਡੋਪਸ਼ਨ ਰਜਿਸਟਰ ਕਰ ਦੇਣੀ ਚਾਹੀਦੀ ਹੈ। ਇਹ 'ਚ ਕੋਈ ਬਾਹਲਾ ਹਿੱਚ ਨਹੀਂ ਲਾਉਣਾ ਚਾਹੀਦਾ। ਜੇ ਡੀਡ ਸਾਇਲੈਂਟ ਹੈਗੀ ਹੈ ਤਾਂ ਇਹਦਾ ਮਤਲਬ ਹੈ ਇਹਨੂੰ ਪ੍ਰੈਜ਼ੈਂਟ ਹੈ, ਉਹ ਅੱਜ 'ਚ ਕਰ ਰਹੇ ਆ, ਉਹ ਅੱਜ 15 ਸਾਲ ਤੋਂ ਵੱਡਾ ਹੈਗਾ ਬੱਚਾ, ਦੈਨ ਯੂ ਕੈਨ ਫਲੈਟਲੀ ਰਿਫਿਊਜ਼। ਹਾਂਜੀ, ਹੁਣ ਦੱਸੋ ਸਰ ਇਸ ਦੇ ਨਾਲ ਤਾਂ ਫਿਰ ਜਿੱਦਾਂ ਇਹ ਹੈਗਾ ਬੈਕ ਡੇਟ ਦੇ ਵਿੱਚ ਲਿਖ ਕੇ ਜੇ ਰਜਿਸਟਰ ਕਰਵਾਉਣ ਵਾਲਾ, ਇਹਦੇ ਨਾਲ ਤਾਂ ਫਿਰ ਸਰ ਸਾਰੀ ਚੀਜ਼ਾਂ ਆਪਾਂ ਉਹਨੂੰ ਉਹ ਕਰ ਸਕਦੇ ਆ, ਸਾਈਡਲਾਈਨ ਬਾਈਪਾਸ ਕਰ ਸਕਦੇ, ਲਾਈਕ ਏਜ ਨੂੰ ਵੀ ਕਰ ਸਕਦੇ ਆ, ਮੈਰਿਜ ਨੂੰ ਵੀ ਕਰ ਸਕਦੇ ਆ ਕਿ ਕਹਿ ਦੇਣ ਮੈਰਿਜ ਤੋਂ ਪਹਿਲਾਂ ਇਹ ਲਈ ਹੋਇਆ ਸੀਗਾ ਆਪਾਂ ਇਸ ਬੱਚੇ ਨੂੰ, ਤੇ 15 ਸਾਲ ਦੀ ਏਜ ਤੋਂ ਪਹਿਲਾਂ ਲਿਆ ਹੋਇਆ ਸੀ। ਕੰਡੀਸ਼ਨਸ ਲਗਾਈਆਂ ਇਹ ਲਾਈਕ ਧਰਮ ਵੀ ਉਹਨੇ ਚੇਂਜ ਕਰਤਾ, ਉਹ ਪਹਿਲਾਂ ਕਹਿ ਸਕਦੇ ਕਿ ਪਹਿਲਾਂ ਹਿੰਦੂ ਸੀ, ਤਾਂ ਇਹ ਸਾਰੀਆਂ ਕੰਡੀਸ਼ਨ ਜਿਹੜੀਆਂ 10 ਸੈਕਸ਼ਨ ਦੇ ਵਿੱਚ ਲੱਗੀਆਂ ਸਾਰੀਆਂ ਹੀ ਬਾਈਪਾਸ ਕੀਤੀਆਂ ਜਾ ਸਕਦੀਆਂ ਇਸ ਦੇ ਅਕੋਰਡਿੰਗਲੀ। ਹਾਂ ਦੇਖੋ, ਜੇ ਇੱਕ ਮੁਸਲਿਮ ਬੱਚਾ ਹੈਗਾ, ਜੇ ਉਹਨੂੰ ਆਰਿਆ ਸਮਾਜ ਮੰਦਿਰ ਵਿੱਚ ਆ ਕੇ ਕਨਵਰਟ ਕਰਤਾ ਜਾਂ ਉਹਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾਤਾ, ਉਹ ਕੰਡੀਸ਼ਨ ਬਾਈਪਾਸ ਹੋ ਗਈ ਹੈ, ਨੈਚੁਰਲ ਹੈ, ਉਹ ਸਿੱਖ ਬਣ ਚੁੱਕਿਆ, ਅੰਮ੍ਰਿਤ ਛਕਾ ਕੇ ਉਹਨੂੰ ਸਿੱਖ ਬਣਾਤਾ ਆਪਾਂ, ਤਾਂ he can be given an adoption, ਕੋਈ ਪ੍ਰੋਬਲਮ ਨਹੀਂ ਹੈਗੀ। ਲਾਈਕ ਫਿਰ ਤਾਂ ਸਰ ਕਿਸੇ ਵੀ ਏਜ ਦਾ ਬੱਚਾ ਜੇ ਉਹ ਬੈਕ ਡੇਟ ਦੇ ਵਿੱਚ ਆਪਣੇ ਕੋਲ ਲਿਖ ਕੇ ਲੈ ਆਉਂਦੇ ਆ ਵੀ ਇਹ ਆਪਾਂ 10 ਸਾਲ ਪਹਿਲਾਂ ਅਡਾਪਟ ਕਰਨਾ ਸੀ, ਮੈਰਿਜ ਤੋਂ ਪਹਿਲਾਂ ਅਡਾਪਟ ਕਰਦਾ ਸੀ, ਰਜਿਸਟਰਡ ਅਸੀਂ ਅੱਜ ਕਰਵਾਉਣਾ ਹੈ, ਤਾਂ ਫਿਰ ਆਪਾਂ ਨੂੰ ਮਤਲਬ ਕਰਨੀ ਲੈ ਕੇ ਲਿਆਉਂਦੇ ਆ ਤਾਂ ਆਪਾਂ ਨੂੰ ਕਰਨਾ ਬਣਦਾ ਚਾਹੀਦਾ, ਉਹਨੂੰ ਰਿਫਿਊਜ਼ ਨਹੀਂ ਕਰਨਾ ਚਾਹੀਦਾ। ਦੇ ਨਾਲ ਥੋੜਾ ਕੋਈ ਪ੍ਰੂਫ ਵੀ ਤਾਂ ਦੇ। ਹਾਂਜੀ, ਬਹੀ ਦੀ ਲਿਖਤ ਹੋ ਸਕਦੀ ਹੈ, ਕੋਈ ਪੁਰਾਣੀਆਂ ਫੋਟੋਆਂ ਪੇਸ਼ ਕਰ, ਨੰਬਰਦਾਰ ਦਾ ਬਿਆਨ ਪੇਸ਼ ਕਰਾ ਸਕਦੇ ਨੇ ਉਹਨਾਂ ਦੇ। ਹਾਂ ਕੋਈ ਇਹ ਤਾਂ ਕੋਈ ਵੀ ਆ ਕੇ ਕਹਿ ਸਕਦਾ ਵੀ ਮੈਂ ਜੀ ਇਹ ਤਾਂ 10 ਸਾਲ ਪਹਿਲਾਂ ਜੀ ਬੱਚਾ, ਲਿਖਣ ਨਾਲ ਤਾਂ ਕੋਈ ਵੀ ਲਿਖ ਸਕਦਾ ਜੀ। ਹਾਂਜੀ, ਆਪਾਂ ਐਫੀਡੇਵਿਟ ਇਸੇ ਵਾਸਤੇ ਲੈਂਦੇ ਹਾਂ, ਠੀਕ ਹੈ ਐਫੀਡੇਵਿਟ ਦੇ ਰਹੇ ਆਪ, ਤੁਸੀਂ ਯੂ ਆਰ ਸੈਟਿਸਫਾਈਡ, ਥੋੜੀ ਸੈਟਿਸਫੈਕਸ਼ਨ ਤੇ ਯੂ ਆਰ ਸੈਟਿਸਫਾਈਡ ਕਰ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਭਲਾ ਹੋ ਭਲਾ ਹੀ ਹੁੰਦਾ ਹੈ। ਜਦੋਂ ਇਦਾਂ ਕੋਈ ਇੱਕ ਨਾ ਬਲਕਰਨ ਜੀ, ਜਦੋਂ ਇਦਾਂ ਕੋਈ ਅਡਾਪਟ ਕਰਦਾ ਨਾ ਤਾਂ ਉਹਨਾਂ ਦੀਆਂ ਫੋਟੋ ਸੈਰਾਮਨੀ ਸਾਰਾ ਕੁਝ ਹੋਇਆ ਹੁੰਦਾ, ਜਸਟ ਇੱਕ ਫੈਕਟ ਨਹੀਂ ਹੁੰਦਾ ਵੀ ਜਿਹੜਾ ਮਰਜ਼ੀ ਆ ਕੇ ਝੂਠ ਬੋਲ ਦਵੇ। ਜਦੋਂ ਇਦਾਂ ਕੋਈ ਅਡਾਪਟ ਕਰਦਾ ਉਦੋਂ ਪੂਰੀ ਸੈਰੇਮਨੀਜ਼ ਹੁੰਦੀ ਆ, ਤਾਂ ਲੈਣਾ ਹੀ ਪਊਗਾ ਨਾ ਆਪਾਂ ਨੂੰ। ਹਾਂ, ਤਾਂ ਉਹ ਸੈਰੇਮਨੀਜ਼ ਦਾ ਜੇ ਤੁਹਾਨੂੰ ਦਿੰਦੇ ਆ ਪ੍ਰੂਫ ਤੇ ਉਹ ਪ੍ਰੂਵ ਕਰਦੇ ਆ, ਫਿਰ ਹਾਂ ਫਿਰ ਆਪਾਂ ਕਰ ਸਕਦੇ ਹਾਂ ਸੈਟੀਸਫਾਈਡ, ਆਪਣੀ ਸੈਟੀਸਫੈਕਸ਼ਨ ਹੋਊਗੀ ਤਾਂ। ਹਾਂ ਸਰ ਇੱਕ ਮੇਰੀ ਕੁਐਰੀ ਸੀਗੀ। ਠੀਕ, ਬਹੁਤ ਅੱਛਾ ਪੁਆਇੰਟ ਸੀਗਾ ਜੀ। ਹਾਂਜੀ 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 ਸਰ, ਮੇਰੀ ਕੁਐਰੀ ਇਹ ਸੀ ਵੀ ਮੰਨ ਲਓ ਮੰਦਿਰ ਜਾਂ ਗੁਰਦੁਆਰੇ ਦਾ ਕੋਈ ਜਿਹੜਾ ਸਰਟੀਫਿਕੇਟ ਦਿੰਦਾ ਬੰਦਾ ਵੀ ਮੈਂ ਬੱਚਾ ਇਸ ਤਰੀਕ ਨੂੰ ਅਡਾਪਟ ਕਰ ਲਿਆ ਸੀ ਇਸ ਮੰਦਿਰ ਜਾਂ ਗੁਰਦੁਆਰੇ ਜਾ ਕੇ, ਤੇ ਕੀ ਆਪਾਂ ਉਹਨੂੰ ਵੀ ਆਧਾਰ ਮੰਨ ਸਕਦੇ ਹਾਂ? ਹਾਂ ਜੀ, ਉਹ ਲਿਖ ਕੇ ਆ ਰਿਹਾ ਉੱਥੋਂ ਵੀ ਹਾਂ ਇਹ ਫੈਮਿਲੀਜ਼ ਇੱਥੇ ਆਈਆਂ ਸੀਗੀਆਂ ਤੇ ਮੰਦਿਰ ਦੇ ਵਿੱਚ ਜਾਂ ਗੁਰਦੁਆਰੇ ਵਿੱਚ ਗਿਵ ਐਂਡ ਟੇਕ ਸੈਰੇਮਨੀ ਹੋਈ ਸੀ, ਤੇ ਹਾਂ ਉਹਦੇ ਝੋਲੀ ਪਾਉਣਾ ਹੀ ਸਫੀਸ਼ੀਐਂਟ ਹੁੰਦਾ ਹੈ, ਤਾਂ ਉਹਦੇ ਵਿੱਚ ਝੋਲੀ ਪਾਉਣਾ ਹੀ ਮਿਠਾਈ ਵੰਡ ਕੇ ਝੋਲੀ ਪਾ ਕੇ, ਤੇ ਅਡਾਪਸ਼ਨ ਵਾਸਤੇ 2 ਹੀ ਕੰਡੀਸ਼ਨਾਂ ਜ਼ਰੂਰੀ ਨੇ, ਇੱਕੋ ਹੀ ਜ਼ਰੂਰੀ ਹੈ ਝੋਲੀ ਪਾਉਣਾ। ਥੈਂਕ ਯੂ ਸਰ। ਹਾਂ ਸਰ, ਇੱਕ ਗਰੁੱਪ ਦੇ ਵਿੱਚ ਕੁਐਸਚਨ ਹੈਗੇ, ਇੱਕ ਤਾਂ ਪਵਨ ਗੁਲਾਟੀ ਸਰ ਨੇ ਕਨਫਰਮੇਸ਼ਨ ਹੀ ਦੁਬਾਰਾ ਪੁੱਛਿਆ ਕਿ ਵੀ ਗਾਰਡੀਅਨ ਜਿਹੜਾ ਹੈਗਾ ਕੰਸੈਂਟ ਆਫ ਕੋਰਟ ਤੋਂ ਬਿਨਾ ਨਹੀਂ ਦੇ ਸਕਦਾ ਅਡਾਪਸ਼ਨ, ਮਤਲਬ ਹਾਂਜੀ ਹਾਂ ਵੀ ਇਹੀ ਗੱਲ ਕਹਿ ਰਹੇ ਆ ਨਾ ਆਪਾਂ ਕਿ ਗਾਰਡੀਅਨ ਵੀ ਕੋਰਟ ਦੇ। ਹਾਂਜੀ ਹਾਂ। ਸੈਕੰਡਲੀ ਸਰ ਰਮਨ ਗੁਪਤਾ ਜੀ ਦਾ ਹੈਗਾ ਕਿ who will stand from donor side when child is abandoned, abandoned child ਦੇ ਲਈ ਚਾਈਲਡ ਦੀ ਤਰਫੋਂ ਕੌਣ ਰਿਪਰੈਜ਼ੈਂਟ ਕਰਦਾ? ਦੁਬਾਰਾ ਬੋਲਿਓ ਸਰ, ਜੇ ਚਾਈਲਡ ਅਬੈਂਡਨਡ ਹੈਗਾ, ਲਾਈਕ ਪੇਰੈਂਟਸ ਨਹੀਂ ਹੈਗੇ ਜਾਂ ਉਹ ਅਬੈਂਡਨ ਕਰ ਗਏ, ਤਾਂ ਚਾਈਲਡ ਨੂੰ ਡੋਨਰ ਕੌਣ ਹੋਊਗਾ ਚਾਈਲਡ ਦਾ? ਜੋ ਵੀ ਉਹਦਾ ਗਾਰਡੀਅਨ ਬਣੂਗਾ। ਬਲਕਰਨ ਜੀ, ਵਿਨੇ ਕੁਐਰੀਜ਼ ਬਾਅਦ ਚ ਕਰੀ, ਇਹਨੂੰ ਸਿਮੈਟਰੀ ਟੁੱਟ ਜਾਣੀ ਹੁਣ, ਪਹਿਲਾਂ ਏਜ ਤੇ ਚੱਲੋ। ਰਾਈਟ ਸਰ, ਮੇਰੇ ਇਕੱਠੀਆਂ ਕਰ ਦੇ ਰਹੇ ਨੇ ਆਪਾਂ। ਹਾਂਜੀ ਗਰੁੱਪ ਚ। ਓਕੇ ਅੱਛਾ, ਅੱਗੇ ਆ ਗਿਆ ਸੈਕਸ਼ਨ 11 ਸਰ। ਸਰ ਮੇਰੀ ਇੱਕ ਰਿਕੁਐਸਟ ਹੈ ਜੀ, ਇਹਦੇ ਵਿੱਚ ਇੱਕ ਰਹਿ ਗਿਆ ਮੈਕਸਿਮਮ ਏਜ ਦੱਸ ਦਿੱਤੀ 15 ਸਾਲ ਦੀ, ਮਿਨੀਮਮ ਏਜ? ਮਿਨੀਮਮ ਤਾਂ ਜੀ ਬੱਚਾ ਜੰਮਿਆ ਹੋਣਾ ਚਾਹੀਦਾ ਬਸ। ਠੀਕ ਹੈ ਜੀ। ਉਹ ਤਾਂ 1 ਦਿਨ ਦਾ ਵੀ ਹੋ ਸਕਦਾ ਜੀ, 2 ਦਿਨ ਦਾ ਵੀ ਹੋ ਸਕਦਾ, ਆਪਣੇ ਕੋਲ ਆਉਂਦਾ ਹੀ ਮਹੀਨੇ ਤੋਂ ਪਹਿਲੋਂ। ਠੀਕ ਹੈ ਸਰ, ਠੀਕ ਹੈ। ਸੈਕਸ਼ਨ 11 ਹੈ ਜੀ, ਅਦਰ ਕੰਡੀਸ਼ਨਸ ਆਫ ਵੈਲਿਡ ਅਡਾਪਸ਼ਨ ਸਰ। ਇਹਦੇ ਵਿੱਚ ਹੈਗਾ ਸਭ ਤੋਂ ਪਹਿਲਾਂ, ਜੇ ਕੋਈ ਕਿਸੇ ਨੇ ਸਨ ਅਡਾਪਟ ਕਰਨਾ ਹੈਗਾ ਤਾਂ ਉਹਦੇ ਆਪਦੇ ਸਨਜ਼ ਮਤਲਬ ਪੋਤਾ, ਤੇ ਸਨਜ਼ ਮਤਲਬ ਪੜਪੋਤਾ,
ਨਹੀਂ ਹੋਣਾ ਚਾਹੀਦਾ, ਵੈਦਰ ਬਾਏ ਬਲੱਡ ਰਿਲੇਸ਼ਨ ਔਰ ਅਡਾਪਸ਼ਨ। ਠੀਕ ਹੈ ਜੀ। ਇਹ ਬਹੁਤ ਕੰਪਲਿਕੇਟਡ ਚੀਜ਼ ਹੈ ਜਿਹੜੀ ਬੜੀ ਸਮਝਣ ਵਾਲੀ ਹੈ। ਅਕਸਰ ਹੀ ਆ ਜਾਂਦੇ ਆ ਜੀ ਮੈਂ ਉਹ ਬਾਹਰ ਚਲ ਗਿਆ ਜੀ, ਮੈਂ ਤਾਂ ਦਾਦਾ, ਮੈਂ ਤਾਂ ਇਹਦਾ ਕਰਨਾ ਜੀ, ਉਹ ਕਰਨਾ ਜੀ, ਜਦਕਿ ਕਈਆਂ ਕੋਲ ਆਪਣੇ ਪੁੱਤਰੇ ਹੁੰਦੇ ਆ, ਮੁੰਡਾ ਮੇਰਾ ਰਿਹਾ ਨਹੀਂ ਜੀ, ਹੈਨਾ। ਤੇ ਇਹਦੇ ਮੁਤਾਬਕ ਇਹ ਸਾਰਾ ਕੁਝ ਖਤਮ ਕਰ ਦਿੰਦਾ ਜੇ ਪੋਤਰਾ ਜਾਂ ਪੜਪੋਤਰਾ ਵੀ ਹੈਗਾ। ਲਿਵਿੰਗ ਲਿਖਿਆ, ਲਿਵਿੰਗ। ਸਪੋਜ਼ ਕਰੋ ਗੱਲ ਹੀ ਕਰਦੇ ਹਾਂ, ਸਪੋਜ਼ ਕਰੋ ਵੀ ਇੱਕ ਬੰਦਾ ਹੈਗਾ, ਉਹਦੇ ਮੈਂ ਕਹਿ ਰਿਹਾ ਵੀ ਮੰਨ ਲਾ ਬੇਟਾ ਉਹਦਾ ਡੈਥ ਹੋ ਗਈ, ਪਰ ਉਹਦਾ ਪੋਤਰਾ ਹੈ, ਉਹ ਤਾਂ ਲਿਵਿੰਗ ਹੀ ਹੈ ਨਾ। ਉਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ। ਹਾਂ, ਐਕਸਪਲੇਨ ਕਰਿਓ ਜੀ ਥੋੜਾ। ਆਵਾਜ਼ ਨਹੀਂ ਕਲੀਅਰ ਆ ਰਹੀ ਸਰ। ਆਪਾਂ ਇੱਕ ਥੋੜਾ ਜਿਹਾ ਸਨ ਜਿਹੜਾ ਹੈ ਅਡਾਪਟ ਕਰਨਾ ਹੈ, ਤਾਂ ਉਹਦੇ ਵਾਸਤੇ ਜਿਹੜਾ ਅਡਾਪਟਿਵ ਪੇਰੈਂਟ ਹੈਗਾ, ਜਿਹੜੇ ਅਡਾਪਟ ਕਰ ਰਹੇ ਨੇ, ਉਹਨਾਂ ਦੇ ਆਪਦੇ ਲਿਵਿੰਗ ਸਨ ਮੁੰਡਾ ਨਹੀਂ ਹੋਣਾ ਚਾਹੀਦਾ, ਜੇ ਪੋਤਾ ਨਹੀਂ ਹੋਣਾ ਚਾਹੀਦਾ, ਤੇ ਪੜਪੋਤਾ ਨਹੀਂ ਹੋਣਾ ਚਾਹੀਦਾ। ਇਹਨਾਂ ਤਿੰਨਾਂ ਦੇ ਵਿੱਚ ਇੱਕ ਵੀ ਬੰਦਾ, ਇੱਕ ਵੀ ਮੇਲ ਉਹਨਾਂ ਦੇ ਫੈਮਿਲੀ ਦੇ ਵਿੱਚ ਹੈਗਾ, ਈਦਰ ਬਾਏ ਬਰਥ ਔਰ ਅਡਾਪਸ਼ਨ, ਤਾਂ ਉਹ ਬੰਦਾ ਅਡਾਪਟ ਸਨ ਨਹੀਂ ਕਰ ਸਕਦਾ, ਉਹ ਗਰਲ ਚਾਈਲਡ ਅਡਾਪਟ ਕਰ ਸਕਦਾ। ਹਾਂ, ਓਕੇ। ਸਿਮਿਲਰਲੀ ਗਰਲ ਡਾਟਰ ਵਾਸਤੇ ਕੀ ਕੰਡੀਸ਼ਨ ਹੈਗੀ ਹੈ, ਇਹ ਥੋੜੀ ਡਿਫਰੈਂਟ ਹੈ। ਇੱਥੇ ਜਿਹੜਾ ਹੈਗਾ ਅਡਾਪਟਿਵ ਪੇਰੈਂਟ ਜਿਹੜੇ ਹੈਗੇ ਨੇ, ਉਹਨਾਂ ਦੇ ਆਪਦੇ ਡਾਟਰ ਜਾਂ ਸਨਸ ਡਾਟਰ ਨਹੀਂ ਹੋਣੀ ਚਾਹੀਦੀ ਲਿਵਿੰਗ ਐਟ ਦ ਟਾਈਮ ਆਫ ਅਡਾਪਸ਼ਨ। ਆਪਦੇ ਲੜਕੀ ਨਹੀਂ ਹੋਣੀ ਚਾਹੀਦੀ ਜਾਂ ਪੋਤੀ ਨਹੀਂ ਹੋਣੀ ਚਾਹੀਦੀ। ਸਪੋਜ਼ ਕਰੋ ਇੱਕ ਬੰਦਾ, ਉਹਦੀ ਲੜਕੀ ਹੈ, ਉਹਨੇ ਵਿਆਹ ਕਰਤਾ, ਉਹਦੇ ਅੱਗੇ ਗਾਹਾਂ ਜਾ ਕੇ ਕੁੜੀ ਹੋ ਗਈ, ਉਹਦੀ ਡੈਥ ਹੋ ਗਈ, ਉਹਦੀ ਆਪਦੀ ਲੜਕੀ ਦੀ, ਤਾਂ ਉਹ ਐ ਸਮਝੇ ਹੁਣ ਉਹ ਦੁਬਾਰਾ ਲੜਕੀ ਨੂੰ ਅਡਾਪਟ ਕਰ ਸਕਦਾ ਕਿ ਨਹੀਂ ਕਰ ਸਕਦਾ ਕਿਸੇ ਨੂੰ? ਉਹ ਕਰ ਸਕਦਾ, ਕਿਉਂਕਿ ਉਹਦੇ ਕੰਡੀਸ਼ਨ ਇੱਥੇ ਦੋ ਹੀ ਨੇ, ਖੁਦ ਦੀ ਡਾਟਰ ਜਾਂ ਆਪਦੇ ਸਨਸ ਦੀ ਡਾਟਰ, ਮਤਲਬ ਉਹਦੇ ਪੋਤੀ ਨਹੀਂ ਹੋਣੀ ਚਾਹੀਦੀ, ਫਿਰ ਉਹ ਬੰਦਾ ਅਡਾਪਟ ਕਰ ਸਕਦਾ। ਸਪੋਜ਼ ਕਰੋ ਉਹਦੀ ਇੱਕ ਡਾਟਰ ਸੀਗੀ, ਉਹਦੀ ਡੈਥ ਹੋ ਗਈ, ਤਾਂ ਉਹ ਇੱਕ ਲੜਕੀ ਹੋਰ ਅਡਾਪਟ ਕਰ ਸਕਦਾ ਹੈ। ਇੱਥੇ ਇੱਕ ਹੋਰ ਕੰਡੀਸ਼ਨ ਆ ਜਾਂਦੀ ਹੈਗੀ ਆ ਏਜ ਡਿਫਰੈਂਸ ਦੀ। ਜੇ ਕੋਈ ਸਿੰਗਲ ਮੇਲ ਹੈਗਾ ਤੇ ਉਹ ਫੀਮੇਲ ਨੂੰ ਅਡਾਪਟ ਕਰਦਾ ਹੈਗਾ, ਤਾਂ ਦੋਵਾਂ ਦੀ ਏਜ ਦਾ ਫਰਕ 21 ਸਾਲ ਹੋਣਾ ਜ਼ਰੂਰੀ ਹੈ। ਕੋਈ ਲੇਡੀ ਜੇ ਕੋਈ ਅਡਾਪਟ ਕਰਦੀ ਹੈ, ਉਹ ਬॉय ਨੂੰ ਅਡਾਪਟ ਕਰਨਾ ਚਾਹੁੰਦੀ ਹੈ, ਤਾਂ ਉਹਨਾਂ ਦੀ ਵੀ ਏਜ ਡਿਫਰੈਂਸ 21 ਸਾਲ ਹੋਣਾ ਚਾਹੀਦਾ, ਜ਼ਰੂਰੀ ਹੈਗਾ ਹੈ। ਠੀਕ ਹੈ ਜੀ। ਇਹਦੇ ਵਿੱਚ ਕਈ ਵਾਰੀ ਮੈਂ ਦੇਖਿਆ ਵੀ ਬਲਕਰਨ, ਇੱਥੇ ਜਿਵੇਂ ਸੁਸ਼ਮਿਤਾ ਸੇਨ ਨੇ 2 ਮੁੰਡੇ ਅਡਾਪਟ ਕੀਤੇ ਆ, ਨਾ 3 ਕੁੜੀਆਂ, ਜਦ 3 ਕੁੜੀਆਂ, ਜਦੋਂ ਇੱਕ ਨਹੀਂ, ਇੱਕ ਤੋਂ ਵੱਧ ਕਿਵੇਂ ਕਰ ਗਈ? ਉਹਨੇ ਅਡਾਪਟ ਨਹੀਂ ਕੀਤੀਆਂ ਉਹਨੇ, ਉਹ ਜਸਟ ਉਹ ਗਰੀਬ ਬੱਚਿਆਂ ਨੂੰ ਆਦੇ ਲਿਆਉਂਦੀ ਹੈ ਘਰੇ। ਲੀਗਲੀ ਅਡਾਪਟ ਨਹੀਂ ਕੀਤਾ, ਅਡਾਪਟ ਨਹੀਂ ਕੀਤੀਆਂ, ਵੈਸੇ ਉਹਨੇ ਕਰ ਲਿਆ ਵੀ ਮੈਂ ਇਹਨਾਂ ਨੂੰ ਪੜ੍ਹਾਉਂਗੀ, ਇਹਨਾਂ ਨੂੰ ਮੈਂ ਅੱਛੇ ਸਕੂਲਾਂ 'ਚ ਪੜ੍ਹਾਉਂਗੀ, ਇਹਨਾਂ ਦੇ ਵਿਆਹ ਕਰੂੰਗੀ, ਲਾਈਕ ਦੈਟ। ਫਿਰ ਠੀਕ ਹੈ। ਇਹ ਕਈ ਵਾਰੀ ਕਈ ਬੰਦੇ ਆ ਕੇ ਦੱਸਦੇ ਜੀ ਵੀ ਫਲਾਣੇ ਥਾਂ ਗਏ ਸੀਗੇ ਜੀ, ਉਹਨਾਂ ਨੇ ਸਾਨੂੰ ਜਵਾਬ ਦੇਤਾ ਵੀ ਅਸੀਂ ਹਸਬੈਂਡ ਵਾਈਫ ਦੋਵੇਂ ਅਡਾਪਟ ਕਰ ਰਹੇ ਹਾਂ, ਵੀ ਤੁਹਾਡਾ 21 ਸਾਲ ਦਾ ਫਰਕ ਨਹੀਂ ਹੈਗਾ ਮੁੰਡੇ ਜਾਂ ਕੁੜੀ ਦੇ ਉੱਤੇ। ਤਾਂ ਇਹ ਥੋੜਾ ਜਿਹਾ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਉਹ ਇਹ ਕੰਡੀਸ਼ਨ ਸਿਰਫ ਉੱਥੇ ਹੈ ਜਿੱਥੇ ਸਿੰਗਲ ਮਦਰ ਜਾਂ ਸਿੰਗਲ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਅਡਾਪਟ ਕਰ ਰਿਹਾ ਆਪੋਜ਼ਿਟ ਸੈਕਸ ਦੇ ਬੱਚੇ ਨੂੰ। ਜੇ ਹਸਬੈਂਡ ਵਾਈਫ ਦੋਵੇਂ ਕਰ ਰਹੇ ਨੇ, ਫਿਰ ਉਹ 21 ਸਾਲ ਵਾਲੀ ਕੰਡੀਸ਼ਨ ਲਾਗੂ ਨਹੀਂ ਹੁੰਦੀ। ਦੁਬਾਰਾ ਬੋਲੀ। ਇਹ ਜਿਹੜੀ ਕੰਡੀਸ਼ਨ ਹੈਗੀ ਹੈ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਸਿੰਗਲ ਮੇਲ ਜਾਂ ਸਿੰਗਲ ਫੀਮੇਲ ਅਡਾਪਟ ਕਰ ਰਹੀ ਹੈ ਆਪੋਜ਼ਿਟ ਸੈਕਸ ਦੇ ਬੱਚੇ ਨੂੰ। ਇੱਕ ਕਪਲ ਕਰ ਰਿਹਾ, ਫਿਰ ਇਹ ਕੰਡੀਸ਼ਨ ਨਹੀਂ ਲਾਗੂ ਹੁੰਦੀ।
ਸਰ ਹਰ ਕੇਸ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਪੜ੍ਹ ਰਹੇ ਸੀ ਕਿ ਹੂ ਕੈਨ ਅਡਾਪਟ ਦੇ ਵਿੱਚ, ਉਹਦੇ ਵਿੱਚ ਸਰ ਜਾਂ ਮੇਲ ਕਰ ਸਕਦਾ ਜਾਂ ਫੀਮੇਲ ਕਰ ਸਕਦਾ, ਕਪਲ ਦੀ ਤਾਂ ਕੋਈ ਹੈ ਹੀ ਨਹੀਂ ਸੀਗੀ, ਉਹਦਾ ਸਿਰਫ ਇਹੀ ਸੀਗਾ ਕਿ ਜੇ ਮੇਲ ਕਰੂਗਾ ਤਾਂ ਉਹਦੀ ਵਾਈਫ ਦੀ ਕੰਸੈਂਟ ਚਾਹੀਦੀ ਹੈ, ਜੇ ਵਾਈਫ ਹੈ। ਹਾਂ ਉਹ ਪ੍ਰੋਬਲਮ ਉੱਥੇ ਆ ਜਿੱਥੇ ਹਸਬੈਂਡ ਵਾਈਫ ਹੈਗੇ ਨੇ, ਉੱਥੇ ਸਿਰਫ ਹਸਬੈਂਡ ਕੋਲੇ ਹੀ ਰਾਈਟ ਹੈਗਾ। ਪਰ ਜਿੱਥੇ ਹੁਣ ਸਿੰਗਲ ਕਰਨ ਦੀ ਆਵਾਜ਼ ਤੁਹਾਡੀ ਵਿੱਚੋਂ ਮਿਸ ਹੋ ਰਹੀ ਹੈ, ਆਵਾਜ਼ ਕੱਟ ਰਹੀ ਹੈ। ਸੁਸ਼ਮਿਤਾ ਸੇਨ ਨੇ ਅਡਾਪਟ ਕੀਤਾ ਹੈਗਾ, ਚਲੋ ਉਹਨੇ ਕੁੜੀਆਂ ਹੀ ਕੀਤੀਆਂ, ਉੱਥੇ ਨਹੀਂ ਹੁੰਦੀ ਹੈ ਨਾ। ਸੁਸ਼ਮਿਤਾ ਸੇਨ ਅਨਮੈਰਿਡ ਹੈ, ਉਹਨੇ ਸੋਚਿਆ ਵੀ ਮੈਂ ਵਿਆਹ ਨਹੀਂ ਕਰਾਉਂਗੀ ਪਰ ਮੈਂ ਅਡਾਪਟ ਕਰੂੰਗੀ ਬੱਚੇ ਨੂੰ, ਹਨਾ। ਤਾਂ ਜੇ ਉੱਥੇ ਜੇ ਉਹ ਮੇਲ ਚਾਈਲਡ ਅਡਾਪਟ ਕਰਦੀ ਤਾਂ ਉਹ 21 ਸਾਲ ਦਾ ਫਰਕ ਹੋਣਾ ਜ਼ਰੂਰੀ ਸੀਗਾ ਉਹਨਾਂ 'ਚ। ਹਾਂਜੀ ਸਰ ਜਿਹੜੀ ਕੰਡੀਸ਼ਨ ਹੈਗੀ ਹੈ ਲਾਈਕ ਐਕਟ ਦੇ ਵਿੱਚ ਤਾਂ ਕਲੈਰੀਫਿਕੇਸ਼ਨ ਹੈ ਨਹੀਂ ਗੀ ਕਿ ਲਾਈਕ ਉਹ ਕਪਲ ਵਾਲੀ ਤੇ ਮੇਲ ਵਾਲੀ, ਇਹ ਜਜਮੈਂਟ ਵਗੈਰਾ ਦੇ ਵਿੱਚ ਹੈਗੀ ਆ ਕਿਤੇ ਹੋਰ? ਸੈਕਸ਼ਨ 11 ਦਾ 3 ਪੜੋ ਤੇ 4 ਪੜੋ, ਬੜਾ ਕਲੀਅਰ। ਵਿਨੇ ਕਪਲ ਤੇ ਤਾਂ ਯਾਰ ਕਪਲ ਤੇ ਤਾਂ ਸ਼ਰਤਾਂ ਉਹੀ ਲੱਗਣੀਆਂ 15 ਸਾਲ ਵਾਲੀਆਂ ਹੀ। ਇਹ ਜਿਹੜੀਆਂ ਇਹ ਸ਼ਰਤਾਂ ਨੇ, ਜੇ ਸਿੰਗਲ ਹੈ ਤੇ ਕਿੰਨਾ ਡਿਫਰੈਂਸ ਚਾਹੀਦਾ, ਜੇ ਡਬਲ ਹੈ ਤੇ ਕਿਹੜਾ, ਤੇ ਜਿਹਨੂੰ ਅਡਾਪਟ ਕਰਨਾ ਜਿਹਨੇ ਜਾਂ ਦੇਣਾ ਜਿਹਨੂੰ, ਉਹਦੇ ਤੇ ਮੈਂ ਦੱਸਿਆ ਜੀ ਕੋਈ ਸ਼ਰਤ ਨਹੀਂ। ਜਿਹਨੇ ਲੈਣਾ ਉਹਦੇ ਤੇ ਸ਼ਰਤਾਂ ਨੇ, ਉਹਦਾ ਪੋਤਰਾ ਨਹੀਂ ਹੋਣਾ ਚਾਹੀਦਾ, ਪੜਪੋਤਰਾ ਨਹੀਂ ਹੋਣਾ ਚਾਹੀਦਾ, ਜਾਂ ਪੋਤਰੀ ਨਹੀਂ ਹੋਣੀ ਚਾਹੀਦੀ, ਜਾਂ ਬੇਟੀ ਨਹੀਂ ਹੋਣੀ ਚਾਹੀਦੀ, ਇਹ ਸਾਰੀਆਂ ਅਦਰ ਕੰਡੀਸ਼ਨਸ ਨੇ। ਸੈਕਸ਼ਨ 11 3 ਪੜ੍ਹੀਏ ਆਪਾਂ, ਬੜਾ ਕਲੀਅਰ ਹੈ। If the adoption is by a male and the person to be adopted is a female, the adoptive father is at least 20 years older than the person to be adopted. Part 4 हैगा, if the adoption is by a female and the person to be adopted is a male, the adoptive mother is at least 21 years older than the person to be adopted. ਇਹਦਾ ਇੱਕੋ ਕਲੀਅਰ ਮਤਲਬ ਨਿਕਲਦਾ ਵੀ ਜੇ ਸਿੰਗਲ ਮੇਲ ਲੈ ਰਿਹਾ ਹੈ, ਲੜਕੀ ਨੂੰ ਅਡਾਪਟ ਕਰ ਰਿਹਾ ਹੈ, ਤਾਂ ਦੋਵਾਂ 'ਚ ਫਰਕ 21 ਸਾਲ ਦਾ ਹੋਣਾ ਜ਼ਰੂਰੀ ਹੈ। ਇਹਦੇ ਪਿੱਛੇ ਵੀ ਲੈਜਿਸਲੇਚਰ ਦੀ ਇਹ ਓਪੀਨੀਅਨ ਸੀਗਾ ਵੀ ਇਹ ਕੰਡੀਸ਼ਨ ਪਾਉਣ ਦਾ ਹੀ ਇਹ ਹੈ ਵੀ ਬੱਚੇ ਦਾ ਅਬਿਊਜ਼ ਨਾ ਹੋਵੇ ਕੱਲ ਨੂੰ। 21 ਸਾਲ ਕੱਲ ਨੂੰ ਬੱਚਾ ਲੈ ਲਿਆ, 3 ਸਾਲ ਦਾ 4 ਸਾਲ ਦਾ ਲੈ ਲਿਆ, ਉਹ ਜਵਾਨ ਹੁੰਦਾ 15 ਸਾਲ ਤੱਕ ਜਾ ਕੇ ਜਾਂ 16 ਸਾਲ ਤੱਕ ਜਾ ਕੇ, ਉਹਨੂੰ ਬੰਦਾ ਜਿਹੜਾ ਹੈਗਾ ਵੀ ਇੰਨਾ ਮੈਚਿਓਰ ਹੋ ਚੁੱਕਿਆ ਹੋਵੇ ਵੀ 50 ਸਾਲ ਦਾ ਹੋ ਗਿਆ ਹੋਵੇ ਵੀ ਉਹ ਬੱਚੇ ਨੂੰ ਅਬਿਊਜ਼ ਨਾ ਕਰੇ। ਸੋ ਇਹ ਕੰਡੀਸ਼ਨ ਮਾਈਂਡ 'ਚ ਰੱਖ ਕੇ ਲੈਜਿਸਲੇਚਰ ਨੇ ਇਹ ਪ੍ਰੋਵੀਜ਼ਨ ਦਿੱਤੀ ਹੈਗੀ ਹੈ। ਅੱਗੇ ਹੈਗਾ, the same child may not be adopted simultaneously by 2 or more persons. Suppose ਕਰੋ 2 ਭਰਾ ਨੇ, ਦੋਵੇਂ ਵਿਆਹੇ ਨਹੀਂ ਹੋਏ, ਉਹ ਕਹਿੰਦੇ ਵੀ ਅਸੀਂ ਇੱਕ ਬੱਚਾ ਅਡਾਪਟ ਕਰਨਾ, ਪਰ ਕਰਨਾ ਜੁਆਇੰਟਲੀ ਹੈ, ਵੀ ਦੋਵਾਂ ਦੇ ਬੱਚਾ ਹੋਵੇ। ਇਹ ਨਹੀਂ ਹੋ ਸਕਦਾ, ਸਿਰਫ ਇੱਕ ਬੰਦਾ ਹੀ ਅਡਾਪਟ ਕਰ ਸਕਦਾ, 2 ਇਕੱਠੇ ਨਹੀਂ ਕਰ ਸਕਦੇ, ਐਕਸੈਪਟ ਹਸਬੈਂਡ ਐਂਡ ਵਾਈਫ। ਚਲੋ ਮੇਰੇ ਹਿਸਾਬ ਨਾਲ ਅਡਾਪਸ਼ਨ ਜਿਹੜਾ ਹੈਗਾ ਜਿਹੜੀਆਂ ਰਜਿਸਟ੍ਰੇਸ਼ਨ ਤੱਕ ਦੀਆਂ ਪ੍ਰੋਵੀਜ਼ਨਸ ਇਹਦੀਆਂ ਪੂਰੀਆਂ ਹੋ ਚੁੱਕੀਆਂ ਹੈਗੀਆਂ। ਇਹ ਤੋਂ ਬਾਅਦ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਉਹ ਇਫੈਕਟ ਨੇ ਅਡਾਪਸ਼ਨ ਦੇ, ਪ੍ਰੋਪਰਟੀ ਕਿਵੇਂ ਜਾਣੀ ਹੈ ਕਿਵੇਂ ਨਹੀਂ ਜਾਣੀ, ਆਪਾਂ ਇਨਹੈਰੀਟੈਂਸ ਵੇਲੇ ਇਹਨੂੰ ਡਿਸਕਸ ਕਰਾਂਗੇ। ਇੱਕ ਅੱਗੇ ਸੈਕਸ਼ਨ 15 ਜਿਹੜਾ ਇੰਪੋਰਟੈਂਟ ਹੈਗਾ ਉਹ ਰਹਿ ਗਿਆ ਹੈਗਾ। ਉਹ ਕਹਿੰਦਾ ਸੈਕਸ਼ਨ 15 ਕਹਿੰਦਾ no adoption which has been validly made can be cancelled by adoptive father or mother or any other person, nor can adopted child announce his or her status as such a return to the family of his or her birth. ਇਹ ਵੈਸੇ ਤਾਂ ਇਹ ਲੀਗਲ ਪ੍ਰੋਪੋਜੀਸ਼ਨ ਹੈਗੀ ਹੈ ਉਸ ਪਰਪਸ ਵਾਸਤੇ, ਪਰ ਆਪਣੇ ਤੇ ਮੇਰੇ ਹਿਸਾਬ ਨਾਲ ਲਾਗੂ ਇਸ ਕਰਕੇ ਕਰਨੀ ਚਾਹੀਦੀ ਆਪਾਂ ਨੂੰ ਜਾਂ ਪੜ੍ਹਨੀ ਚਾਹੀਦੀ ਹੈ ਇਹ। ਵੀ ਸਪੋਜ਼ ਕਰੋ ਇੱਕ ਅਡੋਪਸ਼ਨ ਡੀਡ ਆਪਾਂ ਰਜਿਸਟਰ ਕਰਤੀ, ਸਾਲ ਬਾਅਦ ਆ ਕੇ ਉਹ ਮਾਂ ਪਿਓ ਕਹਿੰਦੇ ਬੱਚਾ ਦਾ ਜੀ ਨਹੀਂ ਲਾਉਂਦਾ ਜੀ, ਇਹਨੂੰ ਕੈਂਸਲ ਕਰ ਦਿਓ, ਕਿਤੇ ਭੁਲੇਖੇ ਨਾਲ ਕੈਂਸਲ ਨਾ ਕਰ ਦਿਓ। ਆਪਾਂ ਰਜਿਸਟਰ ਤਾਂ ਜ਼ਰੂਰ ਕਰ ਸਕਦੇ ਹਾਂ ਪਰ ਉਹਨੂੰ ਕੈਂਸਲ ਬਿਲਕੁਲ ਨਹੀਂ ਕਰ ਸਕਦੇ। ਸਿਵਲ ਕੋਡ ਦਾ ਪ੍ਰੋਵੀਜ਼ਨ ਹੈਗਾ, ਉਹ ਵੀ 2-3 ਗਰਾਊਂਡ ਹੀ ਬਚਦੇ ਉਹਨਾਂ ਕੋਲੇ, ਫਰਾਡ ਨਾਲ ਫਰਾਡੂਲੈਂਟਲੀ ਅਡਾਪਸ਼ਨ ਬੈਕ ਵੀ ਕਰ ਸਕਦੇ ਆ, ਜਿਹੜਾ ਅਡਾਪਟਿਵ ਪੇਰੈਂਟਸ ਨੇ ਵਾਪਸ ਬਾਇਓਲੋਜੀਕਲ ਪੇਰੈਂਟਸ ਨੂੰ ਦੇਣੀ ਹੋਵੇ, ਇਸ ਦੇ ਅੰਡਰ ਆਪਾਂ ਕਰ ਸਕਦੇ ਹਾਂ।
ਨਹੀਂ ਨਥਿੰਗ ਆਫ ਦੈਟ ਐਸ ਫਰੈਸ਼ ਅਡਾਪਸ਼ਨ ਨਹੀਂ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਆਪਾਂ। ਇੱਕ ਵਾਰੀ ਜਿਹੜੀ ਅਡਾਪਸ਼ਨ ਹੋ ਗਈ, ਰਜਿਸਟਰਡ ਹੋ ਗਈ, ਤੁਸੀਂ ਉਹਨੂੰ ਕੈਂਸਲ ਨਹੀਂ ਕਰ ਸਕਦੇ, ਵਾਪਸ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ। ਜੇ ਕੋਈ ਤੁਹਾਡੇ ਕੋਲ ਕੰਸੀਲ ਕਰਕੇ ਕਰਾ ਜਾਂਦਾ ਤਾਂ ਦੈਟ ਇਜ਼ ਫਰਾਡ, ਉਹ ਤਾਂ ਚੀਟਿੰਗ ਹੋ ਗਈ। ਪਰ ਆਪਾਂ ਨਹੀਂ ਕਰ ਸਕਦੇ ਜੇ ਵਿੱਚ ਕੋਈ ਫੈਕਟ ਰੀਟਰੇਟ ਹੋਇਆ। ਉਹ ਸਿਵਲ ਕੋਰਟ ਹੀ ਅਧਿਕਾਰ ਖੇਤਰ ਰੱਖਦੀ ਹੈ। ਸਿਵਲ ਕੋਰਟ ਦੇ ਵਿੱਚ ਹੀ ਚੈਲੰਜ ਕਰਨਗੇ ਉਹ ਵੀ ਇਹ ਫਰਾਡੂਲੈਂਟਲੀ ਹੈ ਜਾਂ ਸਾਡੇ ਨਾਲ ਫਰਾਡ ਹੋ ਗਿਆ, ਸਾਡਾ ਧੋਖਾ ਹੋ ਗਿਆ। ਮੇਰਾ ਕੁਐਸਚਨ ਇਹ ਸੀਗਾ, ਆਪਾਂ ਕਹਿੰਦੇ ਜਦੋਂ ਬੱਚਾ ਅਡਾਪਟ ਹੋ ਗਿਆ, ਉਹ ਜਿਹੜੇ ਅਡਾਪਟਿਵ ਪੇਰੈਂਟਸ ਨੇ ਉਹ ਉਹਦੇ ਅਲਟੀਮੇਟ ਪੇਰੈਂਟਸ ਬਣ ਗਏ ਜੀ ਉਹਦੇ। ਹਾਂਜੀ ਹਾਂ। ਸਪੋਜ਼ ਕੱਲ ਕੋਈ ਅਡਾਪਟਿਵ ਪੇਰੈਂਟਸ ਤੇ ਬਾਇਓਲੋਜੀਕਲ ਪੇਰੈਂਟਸ ਚ ਗੱਲ ਹੁੰਦੀ ਆ, ਉਹ ਜਿਹੜੇ ਅਲਟੀਮੇਟ ਪੇਰੈਂਟ ਬਣ ਗਏ ਆਫਟਰ ਦੀ ਫਰਸਟ ਅਡਾਪਸ਼ਨ, ਕਹਿੰਦੇ ਗਿਵ ਦੀ ਚਾਈਲਡ ਬੈਕ ਟੂ ਐਕਚੁਅਲ ਪੇਰੈਂਟਸ ਐਜ਼ ਅ ਫਰੈਸ਼ ਅਡਾਪਸ਼ਨ। ਨਾ ਉਹ ਇਹ ਆਪਾਂ ਡਿਸਕਸ ਕੀਤਾ ਹੋਇਆ ਪਹਿਲਾਂ। ਇਹ ਤਾਂ ਨਵਦੀਪ ਕੈਂਸਲੇਸ਼ਨ ਵਾਲੀ ਗੱਲ ਆ ਗਈ ਨਾ। this cannot be ਮਤਲਬ ਸੈਕਸ਼ਨ 10 ਦੇਖੋ ਨਾ, ਸੈਕਸ਼ਨ 10 ਦਾ ਸੈਕੰਡ ਪਾਰਟ। ਅੱਛਾ, ਚਾਈਲਡ ਕੈਨ ਨਾਟ ਬੀ ਗਿਵਨ ਇਨ ਅਡਾਪਸ਼ਨ ਅਗੇਨ who has or okay done sir done ਜੋ ਇੱਕ ਵਾਰੀ ਅਡਾਪਸ਼ਨ ਹੋ ਚੁੱਕੀ ਹੈ ਉਹਨੂੰ ਫਰਦਰ ਅਡਾਪਸ਼ਨ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਜੀ। ਠੀਕ ਹੈ। ਇੱਕ ਸਰ ਚੈਟ ਦੇ ਵਿੱਚ ਕੁਐਸਚਨ ਪਾਇਆ ਹੈ ਅਮਨ ਚਾਵਲਾ ਜੀ ਨੇ ਕਿ ਪਾਵਰ ਆਫ ਅਟੋਰਨੀ ਦਿੱਤੀ ਜਾ ਸਕਦੀ ਹੈ ਅਡਾਪਸ਼ਨ ਕਰਨ ਦੇ ਲਈ ਕਿ ਮੇਰੇ ਬਿਹਾਫ ਤੇ? ਹਾਂ ਦਿੱਤੀ ਜਾ ਸਕਦੀ ਹੈ ਜੀ। ਉਹ ਸੈਕਸ਼ਨ 17 ਰਜਿਸਟ੍ਰੇਸ਼ਨ ਐਕਟ ਦੇ ਵਿੱਚ ਵੀ ਮੈਂਸ਼ਨਡ ਹੈ, ਇਟਸ ਕੰਪਲਸਰੀ ਰਜਿਸਟਰੇਬਲ। ਕਿਸੇ ਨੂੰ ਵੀ ਆਪਾਂ ਅਡਾਪਸ਼ਨ ਦੇਣ ਵਾਸਤੇ ਵੀ ਪਾਵਰ ਆਫ ਅਟਾਰਨੀ ਦੇ ਸਕਦੇ ਆ ਤੇ ਪਾਵਰ ਆਫ ਅਟਾਰਨੀ ਕਰਨ ਵਾਸਤੇ ਵੀ ਦੇ ਸਕਦੇ ਆ, ਕੋਈ ਇਸ਼ੂ ਨਹੀਂ ਹੈਗਾ। ਏਜੰਟ ਇਹ ਪਾਵਰ ਆਫ ਅਟਾਰਨੀ ਆਪਣਾ ਏਜੰਟ ਹੀ ਹੁੰਦਾ ਹੈਗਾ। ਸੋ ਏਜੰਟ ਰਾਹੀਂ ਆਪਾਂ ਜੇ ਲੀਗਲ ਕੰਮ ਹੈਗਾ, ਅਨਲੌਫੁਲ ਐਕਟੀਵਿਟੀ ਨਹੀਂ ਹੈਗੀ, ਆਪਾਂ ਏਜੰਟ ਰਾਹੀਂ ਕਰਵਾ ਸਕਦੇ, ਕੋਈ ਇਸ਼ੂ ਨਹੀਂ ਹੈਗਾ। ਇੱਕ ਗੁਰਪ੍ਰੀਤ ਚੀਮਾ ਜੀ ਦਾ ਕੁਐਸਚਨ ਹੈ ਕਿ ਸਿਵਲ ਕੋਰਟ ਦੇ ਵਿੱਚ ਜਾ ਸਕਦੇ ਬੱਚੇ ਨੂੰ ਜੇ ਵਾਪਿਸ ਦੇਣਾ ਹੋਵੇ, ਜਿਨ੍ਹਾਂ ਨੇ ਅਡਾਪਟ ਕਰ ਲਿਆ, ਵਾਪਿਸ ਦੇਣ ਲਈ ਸਿਵਲ ਕੋਰਟ ਦੇ ਵਿੱਚ ਜਾ ਸਕਦੇ ਹੋ? ਸਿਵਲ ਕੋਰਟ ਕੋਲੇ ਪਾਵਰਾਂ ਹੈਗੀਆਂ ਜੀ, ਉਹ ਕੈਂਸਲ ਕਰ ਸਕਦੀ ਹੈ। ਯੂ ਹੈਵ ਟੂ ਪ੍ਰੂਵ ਫਰਾਡ, ਪ੍ਰੂਵ ਕਰ ਸਕਦੇ ਹੋ ਵੀ ਧੋਖੇ ਨਾਲ ਸਾਥੋਂ ਅਡਾਪਸ਼ਨ 'ਚ ਲੈ ਲਿਆ ਜਾਂ ਸਾਥੋਂ ਫੋਰਸਿਬਲੀ ਡਰਾ ਕੇ ਲੈ ਲਿਆ, ਹਨਾ, ਬੰਦੂਕ ਰੱਖ ਕੇ, ਜਾਂ ਸਾਨੂੰ ਕੋਈ ਲਾਲਚ ਦੇ ਕੇ ਲੈ ਲਿਆ। ਸੋ ਅਸੀਂ ਲਾਲਚ ਦੇ ਵਿੱਚ ਆ ਗਏ। ਜਿਹੜੀਆਂ ਕੰਟਰੈਕਟ ਦੇ ਵਿੱਚ ਪ੍ਰੋਵੀਜ਼ਨਸ ਨੇ, ਜਿਹੜੀਆਂ ਕੰਟਰੈਕਟ ਨੂੰ ਇਲੀਗਲ ਨਾਲ ਕਨਵਰਟ ਕਰਦੀਆਂ ਨੇ, ਉਹ ਸਾਰੀਆਂ ਜਿਹੜੀਆਂ ਹੈਗੀਆਂ ਥ੍ਰੈਟ, ਕੋਰਸ਼ਨ, ਅਨਡਿਊ ਇਨਫਲੂਐਂਸ। ਸਪੋਜ਼ ਕਰੋ ਕੋਈ ਤੁਸੀਂ ਡੇਰੇ ਡੂਰੇ ਜਾਂਦੇ ਹੋ, ਤੁਹਾਡੇ ਤੇ ਪ੍ਰਭਾਵ ਵੀ ਇੰਨਾ ਪਾ ਲੈਂਦਾ, ਜ਼ਿਆਦਾ ਬੱਚਾ ਛੱਡ ਜਾਓ ਇੱਥੇ ਮੇਰੇ ਕੋਲੇ, ਮੈਂ ਅਡਾਪਟ ਕਰਦਾ ਜੀ। ਤੁਸੀਂ ਟੈਂਪਰੇਰੀ ਇੱਕ ਵਾਰੀ ਉਹਨੂੰ ਦੇਤਾ, ਬਾਅਦ ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਧੋਖਾ ਹੋ ਗਿਆ ਮੇਰੇ ਨਾਲ, ਮੇਰਾ ਬੱਚਾ ਤਾਂ ਸੇਫ ਨਹੀਂ ਹੈਗਾ, ਜਾਂ ਮੇਰਾ ਬੱਚਾ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜੋ ਮੈਂ ਉਹਨੂੰ ਘਰੇ ਦੇ ਸਕਦਾ ਸੀ। ਜਾਂ ਯੂ ਕੈਨ ਗੋ ਟੂ ਸਿਵਲ ਕੋਰਟ। ਸਿਵਲ ਕੋਰਟ ਤੁਸੀਂ ਜਾ ਸਕਦੇ ਹੋ ਵੀ ਮੇਰੇ ਤੇ ਅਨਡਿਊ ਇਨਫਲੂਐਂਸ ਸੀਗਾ, ਮੇਰੇ ਸਪਿਰਿਚੁਅਲ ਬਾਬਾ ਸੀਗਾ, ਮੇਰੇ ਤੇ ਅਨਡਿਊ ਇਨਫਲੂਐਂਸ ਕਰਕੇ ਮੈਨੂੰ ਉਹਨੇ ਇਹ ਕੰਮ ਕਰਵਾ ਲਿਆ ਜਦ ਕਿ ਮੈਂ ਕਰਨਾ ਨਹੀਂ ਚਾਹੁੰਦਾ ਸੀਗਾ। ਤੁਹਾਨੂੰ ਉੱਥੇ ਪ੍ਰੂਵ ਕਰਨੇ ਪੈਣਗੇ, ਫਰਾਡ ਵੀ ਪ੍ਰੂਵ ਕਰਨਾ ਪਊਗਾ ਤੁਹਾਨੂੰ, ਕੁਐਸਚਨ ਵੀ, ਤੁਹਾਨੂੰ ਥ੍ਰੈਟ ਵੀ ਪ੍ਰੂਵ ਕਰਨੀ ਪਊਗੀ, ਤੁਹਾਨੂੰ ਅਨਡਿਊ ਇਨਫਲੂਐਂਸ ਵੀ ਪ੍ਰੂਵ ਕਰਨੀ ਪਊਗੀ। ਇਹ ਵੀ ਤੁਸੀਂ ਸਿਵਲ ਕੋਰਟ ਸਕਸੈਸਫੁਲੀ ਪ੍ਰੂਵ ਕਰ ਦਿੰਦੇ ਹੋ ਤਾਂ ਇਹ ਅਡਾਪਸ਼ਨ ਜਿਹੜੀ ਹੈਗੀ ਆ ਸਿਵਲ ਕੋਰਟ ਕੈਂਸਲ ਕਰ ਸਕਦੀ ਹੈ, ਕੋਈ ਪ੍ਰੋਬਲਮ ਨਹੀਂ। ਇੱਕ ਸਰ ਕੁਐਸਚਨ ਸੀਗਾ ਜੋ ਫੀਲਡ ਚ ਆਇਆ, ਮਤਲਬ ਕਿ ਇੱਕ ਅਡਾਪਸ਼ਨ ਮੈਨੂੰ ਪ੍ਰੈਜ਼ੈਂਟ ਹੋਈ ਸੀਗੀ, ਉਹ ਹਲੇ ਅੰਡਰ ਕੰਸੀਡਰੇਸ਼ਨ ਆ, ਮੈਂ ਕੀਤੀ, ਤੁਹਾਡੀ ਸਲਾਹ ਲੈਣੀ ਸਾਰਿਆਂ ਦੀ। ਇੱਕ ਮਦਰ, ਇੱਕ ਪਹਿਲਾਂ ਪੇਰੈਂਟ ਸੀਗੇ, ਬਾਇਓਲੋਜੀਕਲ ਪੇਰੈਂਟ ਸੀਗੇ, ਕਪਲ ਸੀ, ਉਸ ਚ ਇੱਕ ਬੱਚਾ ਹੋਇਆ। ਲੇਟਰ ਔਨ ਉਹ ਮਦਰ ਦੀ ਡੈਥ ਹੋ ਗਈ, ਖਾਲੀ ਬੰਦਾ ਰਹਿ ਗਿਆ ਤੇ ਬੱਚਾ ਰਹਿ ਗਿਆ। ਅਨਦਰ ਕਪਲ, ਉਹਨਾਂ ਦਾ ਵੀ ਬੱਚਾ ਸੀਗਾ, ਉਹ ਲੇਡੀ ਦੀ ਡੈਥ ਹੋ ਗਈ, ਉਹ ਬੰਦੇ ਦੀ ਡੈਥ ਹੋ ਗਈ, ਉਹ ਲੇਡੀ ਤੇ ਬੱਚਾ ਰਹਿ ਗਿਆ। ਬਾਅਦ ਚ ਉਹ ਲੇਡੀ ਜਿਹੜੀ ਰਹਿ ਗਈ ਤੇ ਬੰਦਾ ਜਿਹੜਾ, ਉਹਨਾਂ ਨੇ ਤੀਜੀ ਮੈਰਿਜ ਕਰ ਲਈ, ਅਲੱਗ ਮੈਰਿਜ ਕਰ ਲਈ। ਉਹ ਹੁਣ ਉਹ ਦੋਨੇ ਬੱਚਿਆਂ ਨੂੰ ਅਡਾਪਸ਼ਨ ਚ ਲੈ ਸਕਦੇ ਇਕੱਠੇ? ਦੇਖੋ, ਇੱਕ ਤਾਂ ਉਹਦਾ ਨੈਚੁਰਲ ਫਾਦਰ ਹੈਗਾ ਹੀ ਹੈ, ਹਾਂਜੀ, ਹੈਨਾ, ਤਾਂ ਉਹਦੀ ਸਟੈਪ ਮਦਰ ਬਣ ਗਈ, ਉਹਦੇ ਬੱਚੇ ਦਾ ਉਹ ਸਟੈਪ ਫਾਦਰ ਬਣ ਗਿਆ, ਹਾਂਜੀ, ਹੈਨਾ। ਸੋ ਹਾਂ, ਉਹਨੂੰ ਜੇ ਉਹ ਲੇਡੀ ਕੋਲੇ ਪਹਿਲਾਂ ਲੜਕੀ ਹੈਗੀ ਹੈ, ਇੱਧਰੋਂ ਲੜਕਾ ਹੈਗਾ, ਤਾਂ ਇਹ ਹੀ ਕੈਨ ਗਿਵ ਇਨ ਅਡਾਪਸ਼ਨ ਟੂ ਹਰ, ਕਿਉਂਕਿ ਉਹਦੀ ਸਟੈਪ ਮਦਰ ਹੈਗੀ, ਰੀਅਲ ਮਦਰ ਨਹੀਂ ਹੈਗੀ। ਅਡਾਪਸ਼ਨ ਤੋਂ ਬਾਅਦ ਉਹ ਸਟੈਪ ਫਾਦਰ ਉਹਦੀ ਰੀਅਲ ਮਦਰ ਬਣ ਜੂਗੀ, ਹੈਨਾ। ਪਰ ਫਿਰ ਫਿਰ ਇਹ ਜਿਹੜਾ ਹੈਗਾ ਇਹ ਉਹਦਾ ਸਟੈਪ ਫਾਦਰ ਬਣ ਜੂਗਾ। ਪ੍ਰੋਬਲਮ ਉੱਥੇ ਰਹਿਣੀ ਹੈ। ਇਹ ਦੇਖਣਾ ਪੈਣਾ ਵੀ ਆ ਜਿਹੜੀ ਹੁਣ ਹੋ ਗਏ ਸਿੰਗਲ ਪੇਰੈਂਟਸ ਹੀ ਰਹਿ ਗਏ ਐਕਚੁਅਲੀ ਤਾਂ ਉਹ। ਹੈਲੋ, ਹਾਂਜੀ ਹਾਂਜੀ, ਹਾਂ,
ਅੱਜ ਸੈਕਸ਼ਨ 11 ਵਾਲੀ ਕੰਡੀਸ਼ਨ ਫੁੱਲਫਿਲ ਕਰ ਲੈਣ। ਹਾਂ ਤਾਂ ਕਰ ਦੇਣ, ਕੁਛ ਨਹੀਂ ਹੈ, ਕਰ ਦੋ। ਓਕੇ ਠੀਕ ਹੈ ਸਰ। ਹੈਲੋ ਸਕਰੀਨ ਆ ਰਹੀ ਜੀ? ਹਾਂਜੀ ਹਾਂਜੀ। ਹੈਲੋ ਹੈਲੋ ਤੋ ਸਾਰਿਆਂ ਨੂੰ ਦੱਸੋ। ਮੈਂ ਕਿਹਾ ਵਿੱਚੋਂ ਕੱਟ ਕੇ ਆ ਰਹੀ ਹੈ ਜਾਂ ਮੈਨੂੰ ਇਕੱਲੇ ਨੂੰ ਮਹਿਸੂਸ ਹੋ ਰਹੀ ਹੈ? ਫਿਰ ਸਾਡੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਹੈਲੋ ਸਕਰੀਨ ਨਹੀਂ ਆ ਰਹੀ ਜੀ। ਹੈਲੋ ਪ੍ਰਵੀਨ ਜੀ ਸਕਰੀਨ ਦਾ ਕੋਈ ਗੱਲ ਨਹੀਂ, ਬੋਲੋ ਜੇ ਬੋਲ ਮਤਲਬ ਆਵਾਜ਼ ਸੁਣਦੀ। ਅੱਛਾ ਜੀ, ਉਹ ਇਸ ਤਰ੍ਹਾਂ ਜੀ, ਜੇ ਮਦਰ ਫਾਦਰ ਚਲੇ ਜਾਣ ਤਾਂ ਉਹਨਾਂ ਆ ਦੇ ਰਿਹਾ ਬਸ ਇੱਧਰ ਵਿੱਚੋਂ ਕੱਟ ਰਹੀ ਹੈ ਬਹੁਤ ਜ਼ਿਆਦਾ ਨਾ। ਉਹ ਮਿਊਟ ਕਰ ਦੋ ਯਾਰ ਸਾਰਿਆਂ ਨੂੰ ਇੱਕ ਵਾਰ, ਪ੍ਰਵੀਨ ਨੂੰ ਛੱਡ ਕੇ। ਬਹੁਤ ਕੱਟ ਰਹੀ ਹੈ ਵਿੱਚੋਂ ਨਾ ਆਵਾਜ਼। ਹੈਲੋ, ਜੇ ਮਦਰ ਫਾਦਰ ਮਤਲਬ ਬੱਚੇ ਦੇ ਚਲੇ ਗਏ, ਬੱਚਾ ਰਹਿ ਗਿਆ ਇਕੱਲਾ, ਤੇ ਉਸ ਦੀ ਅਡਾਪਸ਼ਨ ਦਾ ਕੀ ਪ੍ਰੋਸੈਸ ਹੋਏਗਾ ਜੀ? ਉਹਨਾਂ ਚੋਂ ਕੋਈ ਵੀ ਨਹੀਂ ਹੈ, ਮਤਲਬ ਉਹਨੂੰ ਕੋਈ ਅਡਾਪਟ ਕਰਨਾ ਚਾਹੁੰਦਾ ਥਰਡ ਪਰਸਨ। ਹਾਂਜੀ, ਉਹ ਸਿਵਲ ਕੋਰਟ ਗਾਰਡੀਅਨ ਤੋਂ, ਸਿਵਲ ਕੋਰਟ ਤੋਂ ਕੋਈ, ਹਾਂਜੀ ਸਿਵਲ ਕੋਰਟ ਤੋਂ ਗਾਰਡੀਅਨ ਅਪਾਇੰਟ ਕਰਵਾ ਕੇ ਜੀ, ਉਹ ਚਾਹੇ ਆਪ ਖੁਦ ਬਣ ਜਾਣ। ਅੱਛਾ, ਗਾਰਡੀਅਨ ਅਪਾਇੰਟ ਹੋਏਗਾ। ਗਾਰਡੀਅਨ ਅਪਾਇੰਟ ਹੋ ਕੇ ਫਿਰ ਉਹ ਪਰਮਿਸ਼ਨ ਲੈ ਕੇ ਫਿਰ ਉਹ ਹੋਊਗਾ ਜੀ। ਇੱਕ ਹੋਰ ਸਵਾਲ ਸੀ ਜੀ, ਕਿ ਜਿਹੜਾ ਨਾਨਾ ਆਪਣੇ ਦੋਤੇ ਨੂੰ ਅਡਾਪਟ ਕਰ ਸਕਦਾ? ਹਾਂ ਜੀ, ਉਹਦੇ ਆਪਦੇ ਬੱਚਾ ਹੈ, ਸਨ ਹੈ ਨਹੀਂ, ਸਨ ਹੈ ਨਹੀਂ, ਜਾਂ ਪੋਤਾ ਪੜਪੋਤਾ ਹੈ ਨਹੀਂ, ਤਾਂ ਅਡਾਪਟ ਕਰ ਸਕਦਾ, ਕੋਈ ਪ੍ਰੋਬਲਮ ਨਹੀਂ। ਯਾਨੀ ਕਿ ਆਪੋਜੀਟ ਮਤਲਬ, ਹਾਂ, ਉਹਦੇ ਆਪਦੇ ਮੁੰਡਾ, ਆਪਦੇ ਮੁੰਡੇ ਦਾ ਮੁੰਡਾ ਜਾਂ ਮੁੰਡੇ ਦੇ ਮੁੰਡੇ ਦਾ ਮੁੰਡਾ ਨਹੀਂ ਹੋਣਾ ਚਾਹੀਦਾ। ਜੇ ਉਹਦੇ ਇਕੱਲੇ ਕੁੜੀਆਂ ਹੈਗੀਆਂ ਤਾਂ ਉਹਦੇ ਦੋਤੇ ਨੂੰ ਅਡਾਪਟ ਕਰ ਸਕਦਾ, ਕੋਈ ਪ੍ਰੋਬਲਮ ਨਹੀਂ। ਜੇ ਫੀਮੇਲ ਅਡਾਪਟ ਕਰਦਾ ਤਾਂ ਉਹ ਵੈਲਿਡ ਅਡਾਪਸ਼ਨ ਨਹੀਂ ਹੈ। ਹਾਂ, ਜੇ ਉਹਦੀ ਬੇਟੀ ਹੈ ਹੈਗੀ ਹੈ ਤੇ ਹਾਂ, ਫਿਰ ਉਹ ਹੋਰ ਲੜਕੀ ਨਹੀਂ ਅਡਾਪਟ ਕਰ ਸਕਦਾ ਜੀ ਉਹ। ਠੀਕ ਹੈ ਜੀ। ਇੱਕ ਸਰ ਆਪਾਂ ਗੱਲ ਕਰਦੇ ਸੀਗੇ ਵੀ ਕਈ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਨੇ, ਜਿੱਦਾਂ ਬੱਚਾ ਮਿਲ ਜਾਂਦਾ ਕੋਈ, ਉਹਨਾਂ ਨੂੰ ਅੱਗੇ ਅਡਾਪਸ਼ਨ ਦੇਣ ਲਈ ਕੰਮ ਕਰਦੀਆਂ ਨੇ। ਉਹ ਫਿਰ ਸਮਾਜ ਸੇਵੀ ਸੰਸਥਾ ਨੂੰ ਵੀ ਐਸ ਗਾਰਡੀਅਨ ਅਪਾਇੰਟ ਹੋਣਾ ਚਾਹੀਦਾ ਕੋਰਟ ਤੋਂ? ਹਾਂਜੀ ਬਿਲਕੁਲ, ਕੋਰਟ ਤੋਂ ਅਪਾਇੰਟ ਹੋਣਾ ਚਾਹੀਦਾ ਜੀ। They'll have to take permission from the court before going in. ਹਾਂਜੀ ਹਾਂ। ਨਹੀਂ, ਉਹ ਇਸ ਤਰ੍ਹਾਂ ਦਾ ਬੱਚਾ ਜਿਹੜਾ, ਜਿਸ ਤਰ੍ਹਾਂ ਰਾਜਪੁਰਾ ਆਪਣਾ ਸੈਂਟਰ ਬਣਿਆ, ਹੈਲੋ ਹਾਂਜੀ, ਹੈਲੋ, ਜੇ ਉਸ ਤਰ੍ਹਾਂ ਦਾ ਬੱਚਾ ਜਿਹੜਾ ਆਪਣਾ ਸੈਂਟਰ ਬਣਿਆ ਵਾ ਰਾਜਪੁਰਾ SOS, ਜਿੱਥੇ ਉਹਦੇ ਬੱਚੇ ਮਤਲਬ ਹੁੰਦੇ ਆ, ਮਤਲਬ ਉਹਨਾਂ ਦੇ ਰਾਹੀਂ ਹੀ ਉਹ ਅਡਾਪਸ਼ਨ ਹੋਣੀ ਚਾਹੀਦੀ? ਮਤਲਬ ਜੇ ਕੋਈ ਐਕਟ ਦੇ ਮੁਤਾਬਕ ਤਾਂ ਹੋਣੀ ਚਾਹੀਦੀ ਹੈ। ਜੇ ਕੋਈ ਪੰਜਾਬ ਗਵਰਨਮੈਂਟ ਦੇ ਰੂਲਸ ਹੋਣਗੇ ਤਾਂ ਉਹ ਧਿਆਨ, ਵੈਸੇ ਕੋਈ ਇਹੋ ਜਿਹੀ ਅਡਾਪਸ਼ਨ ਮੇਰੇ ਨਿਗਾਹ 'ਚ ਤਾਂ ਨਹੀਂ ਆਈ ਹਜੇ, ਨਾ ਕੀਤੀ ਹੈ। ਜੇ ਕੋਈ ਗਵਰਨਮੈਂਟ ਦੇ ਰੂਲਸ ਹੋਣਗੇ ਵੀ ਉਹਨਾਂ ਨੂੰ ਅਲਾਓ ਕੀਤਾ ਹੋਇਆ, ਫਿਰ ਉਹ ਆਪਾਂ ਨੂੰ ਰੂਲਸ ਦੇਖਣੇ ਪੈਣਗੇ। SOS ਵਾਲੇ ਰੂਲਸ ਦੇਖਣੇ ਪੈਣਗੇ। ਹਾਂ, ਗੁੱਡ ਕੁਐਸਚਨ ਹੈ। ਇਹ ਕਾਰਾਂ ਦੇ ਅੰਡਰ ਗਵਰਨ ਹੋ ਰਿਹਾ ਅੱਜ ਕੱਲ। ਹਾਂ, ਨਹੀਂ, ਕਾਰਾ ਹੋਰ ਚੀਜ਼ ਹੈ। ਕਾਰਾ ਤਾਂ ਹੋਰ ਚੀਜ਼ ਹੈ। ਇਹ ਫੋਰਨ ਅਡਾਪਸ਼ਨ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ ਇੱਥੇ ਮੈਂ। ਜਿਹੜੀ ਕਈ ਵਾਰੀ ਕੀ ਹੁੰਦਾ ਵੀ ਆਪਣੇ ਸਾਰੇ ਦੇ ਫੈਮਿਲੀ, ਤੁਹਾਡੀ ਆਵਾਜ਼ ਘੱਟ ਗਈ ਜਰਾ ਜੀ। ਹਾਂਜੀ, ਬਹੁਤ ਸਾਰੀਆਂ ਫੈਮਿਲੀਜ਼ ਹੈਗੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਅੱਧੇ ਕੁ ਬੰਦੇ ਕੈਨੇਡਾ, ਅਮਰੀਕਾ, ਇੰਗਲੈਂਡ, USA ਬੈਠੇ ਨੇ। ਕੁਛ ਫੈਮਿਲੀਜ਼ ਇੱਥੇ ਨੇ, ਉਹ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਦੇ ਮਾਰੇ ਅਡਾਪਟ ਕਰਾਉਣਾ ਚਾਹੁੰਦੇ ਨੇ। ਤਾਂ ਉਹਦੇ ਵਿੱਚ ਜਿਹੜਾ ਹੈਗਾ, ਇਹ ਜਿਹੜੀ ਹੈਗੀ ਹੈ ਹਿੰਦੂ ਅਡਾਪਸ਼ਨ ਜਿਹੜੀ ਹੈਗੀ ਐਕਟ ਹੈਗਾ, ਇਹ ਸਿਰਫ ਇੰਡੀਅਨ ਸਿਟੀਜ਼ਨ ਵਾਸਤੇ ਹੈਗਾ। ਜੇ ਕੋਈ ਬਾਹਰੋਂ ਆ ਕੇ ਅਡਾਪਟ ਕਰਦਾ ਹੈ, ਕੋਈ ਨੌਨ ਸਿਟੀਜ਼ਨ ਕਰਦਾ ਆ ਕੇ ਅਡਾਪਟ ਕਰਦਾ ਹੈ, ਜੇ ਕੋਈ ਫੋਰਨ ਸਿਟੀਜ਼ਨ ਕਰਦਾ, ਗੋਰਾ, ਚਾਹੇ ਉਹ ਪੰਜਾਬੀ ਹੈ, ਚਾਹੇ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਪਰ ਉਹ ਰਹਿੰਦਾ ਉਹ ਬਾਹਰ ਹੀ ਹੈ, ਹਨਾ, PIO ਹੈਗਾ, ਉਹਨੂੰ ਐਜ਼ ਅ ਫੋਰਨਰ ਹੀ ਮੰਨਿਆ ਜਾਊਗਾ। ਤਾਂ ਉਹਦੇ ਵਿੱਚ ਜਿਹੜੀ ਹੈਗੀ ਹੈ, ਸੁਪਰੀਮ ਕੋਰਟ ਨੇ ਪਿੱਛੇ ਜੇ ਗਾਈਡਲਾਈਨਸ 10 ਸਾਲ ਪਹਿਲਾਂ ਗਾਈਡਲਾਈਨਸ ਲੇ ਡਾਊਨ ਕੀਤੀਆਂ ਸੀਗੀਆਂ, ਕਿਉਂਕਿ ਅਕਸਰ ਬਾਅਦ ਪ੍ਰੋਬਲਮ ਆਉਂਦੀ ਸੀਗੀ ਵੀ ਇੱਥੋਂ ਬੱਚੇ ਲੈ ਜਾਂਦੇ ਨੇ, ਉੱਥੇ ਚਾਈਲਡ ਪ੍ਰੋਸਟੀਟਿਊਸ਼ਨ 'ਚ ਪਾਤਾ ਉਹਨਾਂ ਨੂੰ, ਜਾਂ ਬੈਗਰੀ 'ਚ ਪਾਤਾ, ਜਾਂ ਘਰ ਦਾ ਕੰਮ ਕਰਾਈ ਜਾਂਦੇ ਸੀਗੇ, ਐਜ਼ ਅ ਸਰਵੈਂਟ ਯੂਜ਼ ਕਰੀ ਜਾਂਦੇ ਸੀਗੇ। ਤਾਂ ਸੁਪਰੀਮ ਕੋਰਟ ਦੇ ਮੂਹਰੇ ਕਈ ਕੇਸ ਗਏ, ਵਾਪਸ ਕਸਟਡੀ ਦੇ ਵੀ ਵਾਪਸ ਲਿਆਂਦਾ ਜਾਵੇ ਸਾਡਾ ਬੱਚਾ, ਨਾ। ਉਹਦੇ ਵਿੱਚ ਕੁਛ NGOs ਵੀ ਗਈਆਂ ਸੀਗੀਆਂ, ਵੀ ਬੜੇ ਸਕੈਂਡਲ ਫੜੇ ਗਏ ਸੀ, ਗੋਆ ਦੇ ਵਿੱਚ ਫੜੇ ਗਏ ਸੀ ਸਕੈਂਡਲ, ਵੀ ਉੱਥੋਂ ਅਨਾਥ ਬੱਚਿਆਂ ਨੂੰ ਲੈ ਕੇ ਬਾਹਰ ਲੈ ਜਾਂਦੇ ਸੀਗੇ, ਕ੍ਰਿਸਚਨ ਜਿਹੜੇ ਸੀਗੇ ਉਹ ਲੈ ਜਾਂਦੇ ਸੀਗੇ ਮਿਸ਼ਨਰੀਜ਼, ਉੱਥੇ ਜਾ ਕੇ ਉਹ ਬੱਚੇ ਚਾਈਲਡ ਅਬਿਊਜ਼ ਬੜਾ ਹੁੰਦਾ ਸੀ ਉਹਨਾਂ ਦਾ।
ਤਾਂ ਕਈ ਫਿਰ ਉੱਥੇ ਏਜੰਸੀਜ਼ ਨੇ ਜਿਹੜੀਆਂ NGOs ਨੇ ਦਿੱਲੀ ਦੀਆਂ, ਬੰਬੇ ਦੀਆਂ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਸੀ। ਉਹਦੇ ਵਿੱਚ ਸੁਪਰੀਮ ਕੋਰਟ ਨੇ 10 ਸਾਲ ਪਹਿਲਾਂ ਕਾਫੀ ਸਾਰੀਆਂ ਗਾਈਡਲਾਈਨਸ ਦਿੱਤੀਆਂ ਸੀ। ਉਹ ਬਾਪੂ ਨੂੰ ਦੱਸੋ, ਬਾਪੂ ਜੀ ਦੱਸੋ ਵੀ ਨੈਟ ਦੇ ਪੈਸੇ ਤੁਸੀਂ ਦਿੱਤੇ ਹੋਏ ਨੇ। ਉਹਦੇ ਵਿੱਚ ਇੰਨਾ ਸੋਹਣਾ ਰੰਗ ਪਾਉਂਦਾ ਹੀ ਨਹੀਂਗਾ, ਕਿੰਨੀ ਸੋਹਣੀ ਲੱਗਦੀ ਟੀ-ਸ਼ਰਟ ਨਾ, ਹੋਰ ਵੀ ਕਾਲੀਆਂ ਪੀਲੀਆਂ ਜਿਹੀਆਂ ਪਾਈ ਫਿਰਦਾ। ਮੈਨੂੰ ਕਾਲੀ ਵਧੀਆ ਲੱਗਦੀ ਆ, ਅੱਲਾ ਕਾਲਾ। ਆ ਦੇਖੋ ਕੱਚੇ ਮੇਰੇ ਪਾਲੇ ਪਏ, ਨਾ ਮੈਂ ਕੱਚੇ ਦਵਾਉਣੇ, ਨਾ ਮੈਂ ਬੂਟ ਪਾਉਣੇ ਸੀ। ਇਹ ਕੌਣ ਬੋਲ ਰਿਹਾ ਜੀ? ਅਵਤਾਰ ਸਿੰਘ ਜੀ ਦੇ ਸੀਗੇ, ਆਈ ਥਿੰਕ ਮਿਊਟ ਕਰ ਲਿਆ ਜੀ। ਸਰ ਮੇਰਾ ਇੱਕ ਸਵਾਲ ਸੀਗਾ ਇੱਥੇ। ਚਲੋ ਸਰ ਤੁਹਾਡੀ ਗੱਲ ਵਿੱਚ ਹੈਗੀ ਫੋਰਨ ਆਪਸ਼ਨ ਵਾਲੀ। ਹਾਂ ਹੋ ਰਹੀ ਹੈ। ਸੁਪਰੀਮ ਕੋਰਟ ਨੇ ਗਾਈਡਲਾਈਨਸ ਲੇ ਡਾਊਨ ਕੀਤੀਆਂ ਸੀਗੀਆਂ ਵੀ ਅਡਾਪਟਿਵ ਜਿਹੜੇ ਪੇਰੈਂਟਸ ਹੈਗੇ ਨੇ ਉਹਨਾਂ ਦਾ ਬੈਕਗਰਾਊਂਡ ਚੈੱਕ ਹੋਣਾ ਜ਼ਰੂਰੀ ਹੈ, ਵੀ ਉਹਨਾਂ ਦੀ ਉਸ ਸਮਾਜ ਦੇ ਵਿੱਚ, ਆਪਦੀ ਦੇਸ਼ ਦੇ ਸਮਾਜ ਦੇ ਵਿੱਚ ਸੋਸ਼ਲ ਪੋਜੀਸ਼ਨ ਕੀ ਹੈ, ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਉਹਨਾਂ ਦੀ ਕ੍ਰਿਮੀਨਲ ਐਕਟੀਵਿਟੀ ਤਾਂ ਨਹੀਂ ਕੋਈ, ਜਾਂ ਉਹ ਕਿਸ ਤਰ੍ਹਾਂ ਦਾ ਕੰਮ ਆਪਦਾ ਕੰਮ ਕਰਕੇ ਜ਼ਿੰਦਗੀ ਜਿਉਂਦੇ ਆ, ਕੀ ਬੱਚੇ ਨੂੰ ਸਪੋਰਟ ਕਰ ਸਕਦੇ ਆ, ਉਹਨਾਂ ਦਾ ਬਿਹੇਵੀਅਰ ਵੀ ਉੱਥੇ ਸਟੱਡੀ ਕੀਤਾ ਜਾਂਦਾ, ਸਟੱਡੀ ਹੋਣਾ ਚਾਹੀਦਾ, ਹੋਰ ਹੋਣਾ ਚਾਹੀਦਾ। ਉਹਦੇ ਵਿੱਚ ਫਿਰ ਸੈਂਟਰ ਗਵਰਨਮੈਂਟ ਨੇ ਇੱਕ ਰੂਲਸ ਬਣਾਏ ਸੀਗੇ। ਹੁਣ ਉਹਦੇ ਵਿੱਚ ਆਪਾਂ ਨੂੰ ਬਾਹਲਾ ਕੋਈ ਜਾਣ ਦੀ ਲੋੜ ਨਹੀਂ ਹੈਗੀ। ਇੱਥੇ ਹਰ ਇੱਕ ਸਟੇਟ ਦੇ ਵਿੱਚ, ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਚਾਈਲਡ ਵੈਲਫੇਅਰ ਅਫਸਰ ਜਿਹੜਾ ਹੈਗਾ ਉਹ ਪੁਆਇੰਟ ਗਵਰਨਮੈਂਟ ਨੇ ਕਰਤਾ ਹੈਗਾ। ਜੇ ਕੋਈ ਇਹੋ ਜਿਹਾ ਤੁਹਾਡੇ ਕੋਲ ਕੇਸ ਆਉਂਦਾ ਹੈਗਾ ਵੀ ਸਿਟੀਜ਼ਨ ਬਾਹਰਲੇ ਨੇ, ਉਹ ਅਡਾਪਟ ਕਰਨਾ ਚਾਹੁੰਦੇ, ਕਈ ਵਾਰੀ ਲਿਆ ਕੇ ਡੀਡ ਰੱਖ ਦਿੰਦੇ, ਡੀਡ ਤੁਹਾਡੇ ਮੂਹਰੇ ਕਰੋ ਜੀ, ਤਾਂ ਉਹਨਾਂ ਨੂੰ ਤੁਸੀਂ ਡਾਇਰੈਕਸ਼ਨ ਦਿਓ ਵੀ ਤੁਸੀਂ ਜਿਹੜਾ ਚਾਈਲਡ ਵੈਲਫੇਅਰ ਅਫਸਰ ਹੈਗਾ ਉਹ ਨੋਡਲ ਅਫਸਰ ਜਿਹੜਾ ਕਾਰਾ ਥੱਲੇ ਅਪੁਆਇੰਟ ਹੋ ਚੁੱਕਿਆ ਹੈਗਾ, ਤੇ ਤੁਸੀਂ ਐਪਲੀਕੇਸ਼ਨ ਜਾ ਕੇ ਉੱਥੇ ਦਿਓਗੇ ਵਿਦ ਪਰਮਿਸ਼ਨ ਆਫ ਚਾਈਲਡ ਵੈਲਫੇਅਰ ਅਫਸਰ। ਉਹਨੇ ਆਪਦਾ ਜਿਹੜਾ ਹੈਗਾ ਉਹਨਾਂ ਦਾ ਸਿਸਟਮ ਹੈਗਾ ਇੱਕ ਆਪਦਾ, ਉਹਨਾਂ ਨੇ ਐਪਲੀਕੇਸ਼ਨ ਲੈ ਕੇ ਉਸ ਕੰਟਰੀ ਦੇ ਉਹਨਾਂ ਦੇ ਅਫਸਰ ਰਾਬਤੇ ਹੁੰਦੇ ਨੇ, ਉਹਨਾਂ ਤੋਂ ਕਲੀਅਰ ਕਲੈਰੀਫਿਕੇਸ਼ਨ ਲੈ ਕੇ ਉਹਨਾਂ ਦਾ ਕੇਸ ਸਟੱਡੀ ਬਣਾ ਕੇ ਤਾਂ ਉਹ ਪਰਮਿਸ਼ਨ ਦਿੰਦੇ ਆ। ਉਹ ਕੇਸ ਸਟੱਡੀ ਕਿਵੇਂ ਕਰਦੇ ਕਿ ਨਹੀਂ ਕਰਦੇ ਆਪਣਾ ਕੋਈ ਸੰਬੰਧ ਨਹੀਂ ਇਹ ਨਾਲ। ਜੇ ਉਹਨਾਂ ਤੋਂ ਚਾਈਲਡ ਵੈਲਫੇਅਰ ਅਫਸਰ ਤੋਂ ਆਪਾਂ ਨੂੰ ਪਰਮਿਸ਼ਨ ਆ ਜਾਂਦੀ ਹੈ ਵੀ ਹੀ ਫੀਲ ਸੈਟਿਸਫਾਈਡ ਵੀ ਹਾਂ ਅਡਾਪਸ਼ਨ ਹੋ ਜਾਣੀ ਚਾਹੀਦੀ ਹੈ, ਉਹ ਸਰਟੀਫਿਕੇਟ ਨਾਲ ਲਾ ਕੇ ਅਡਾਪਸ਼ਨ ਕਰੋ। ਉਸ ਤੋਂ ਬਿਨਾਂ ਅਡਾਪਸ਼ਨ, ਫੋਰਨ ਅਡਾਪਸ਼ਨ ਨਹੀਂ ਕਰਨੀ ਚਾਹੀਦੀ। ਇਹ ਸਰ ਕੋਈ ਹੈਗੀਆਂ ਗਾਈਡਲਾਈਨਸ ਆਪਾਂ ਨੈਟ ਨੁੱਟ ਤੋਂ ਤੁਹਾਡੇ ਕੋਲ ਪਈਆਂ ਹੋਣ ਤੇ ਸ਼ੇਅਰ ਕਰ ਦਿੰਦੇ ਪਲੀਜ਼। ਗਾਈਡਲਾਈਨਸ ਹੈਗੀਆਂ, ਤੁਹਾਨੂੰ ਦੇ ਦੂੰਗਾ ਲੱਭ ਕੇ ਮੈਂ। ਪਰ ਇੱਕ ਗੱਲ ਧਿਆਨ 'ਚ ਰੱਖੋ ਬਸ ਵੀ ਚਾਈਲਡ ਵੈਲਫੇਅਰ ਅਫਸਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਪੁਆਇੰਟ ਹੋ ਚੁੱਕਿਆ ਹੈਗਾ। ਜੇ ਤੁਸੀਂ ਸਬ ਡਿਵੀਜ਼ਨ ਤੇ ਕੰਮ ਕਰਦੇ ਹੈਗੇ ਹੋ ਤਾਂ ਉਹ ਤੁਸੀਂ ਕਹੋ ਵੀ ਉੱਥੇ ਚਾਈਲਡ ਵੈਲਫੇਅਰ ਅਫਸਰ ਹੈਗਾ ਜੀ, ਡਿਸਟ੍ਰਿਕਟ DC ਦਫ਼ਤਰ ਜਾਓ, ਉੱਥੇ ਤੁਹਾਨੂੰ ਮਿਲੂਗਾ। ਗੋ ਅਪਲਾਈ ਦੇਅਰ, ਤੁਸੀਂ ਅਪਲਾਈ ਕਰੋਗੇ, ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਉਹ ਪਰਮਿਸ਼ਨ ਦੇਣਗੇ ਆਪਦਾ ਕੇਸ ਸਟੱਡੀ ਕਰਕੇ। ਪਰਮਿਸ਼ਨ ਤੋਂ ਬਾਅਦ ਹੀ ਤੁਸੀਂ ਜਿਹੜੀ ਹੈਗੀ ਹੈ ਫੋਰਨ ਅਡਾਪਸ਼ਨ ਕਰਨੀ ਹੈਗੀ ਹੈ, ਉਸ ਤੋਂ ਬਿਨਾਂ ਨਹੀਂ ਕਰਨੀ ਜਿੱਥੇ ਅਡਾਪਸ਼ਨ ਵਾਲੇ ਪੇਰੈਂਟਸ ਬਾਹਰੋਂ ਆਏ ਨੇ। ਹਾਂਜੀ ਹੁਣ ਦੱਸੋ ਜੀ। ਇਹ ਚ ਸਰ ਸਿਟੀਜ਼ਨ ਦੀ, ਫੋਰਨ ਸਿਟੀਜ਼ਨ ਦੀ ਐਪਲੀਕੇਬਲ ਹੋਏਗੀ ਫੋਰਨ ਅਡਾਪਸ਼ਨ? ਸਪੋਜ਼ ਕੋਈ NRI ਇੱਥੇ ਹੈਗੇ ਨੇ, ਉਹ ਤਾਂ ਆਪਣਾ ਆਪ ਨੂੰ ਦੱਸਦੇ ਹੀ ਨਹੀਂ ਵੀ ਅਸੀਂ ਬਾਹਰੋਂ ਆਏ ਆ, ਇੱਥੇ ਦਾ ਐਡਰੈਸ ਪਾ ਦਿੰਦੇ ਨੇ, ਆਧਾਰ ਕਾਰਡ ਪਾ ਦਿੰਦੇ ਨੇ, ਇੱਥੋਂ ਦਾ ਐਡਰੈਸ ਪਾਤਾ, ਇੱਥੋਂ ਦਾ ਆਧਾਰ ਕਾਰਡ ਪਾਤਾ, ਯੂ ਆਰ ਨਾਟ ਐਟ ਫਾਲਟ, ਹਨਾ? ਹਾਂਜੀ ਹਾਂਜੀ, ਯੂ ਆਰ ਨਾਟ ਐਟ ਫਾਲਟ। ਜੇ ਉਹ ਆਪਦਾ ਐਡਰੈਸ ਪਾਉਂਦੇ ਸਿੰਪਲ ਪ੍ਰੋਸੀਜਰ ਚ ਕਰਦੇ। ਹਾਂ ਸਿੰਪਲ ਪ੍ਰੋਸੀਜਰ ਕਰ ਦੋ, ਕੋਈ ਇਸ਼ੂ ਨਹੀਂ ਹੈਗਾ। ਜੇ ਕੱਲ ਨੂੰ ਉਹਨਾਂ ਦੀ ਅਡਾਪਸ਼ਨ ਗਲਤ ਵੀ ਪਾਈ ਜਾਂਦੀ ਹੈ ਜਾਂ ਗਵਰਨਮੈਂਟ ਕਹਿੰਦੀ ਹੈ ਵੀ ਯੂ ਆਰ NRI, ਤਾਂ ਆਪਾਂ ਕਹਾਂਗੇ ਦੇ ਡਿਡਨਟ ਡਿਸਕਲੋਜ਼, ਤੁਹਾਨੂੰ ਦੱਸਿਆ ਹੀ ਨਹੀਂ ਹੈਗਾ, ਹਨਾ? ਜੇ ਅਗਲਾ ਆਧਾਰ ਕਾਰਡ ਲਾ ਕੇ ਆਪਦਾ ਐਡਰੈਸ ਲੋਕਲ ਦੇ ਰਿਹਾ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਿੱਥੇ ਉਹ ਆਪਦਾ ਆਧਾਰ ਕਾਰਡ ਨਹੀਂ ਲਾਉਂਦੇ, ਫੋਰਨ ਪਾਸਪੋਰਟ ਲਾਉਂਦੇ ਆ, ਫੋਰਨ ਐਡਰੈਸ ਦਿੰਦੇ ਨੇ, ਦੈਨ ਉਹ ਤੁਸੀਂ ਚਾਈਲਡ ਵੈਲਫੇਅਰ ਅਫਸਰ ਤੋਂ ਉਹਨੂੰ ਡਾਇਰੈਕਸ਼ਨ ਦਿਓ ਵੀ ਉੱਥੋਂ ਜਾ ਕੇ ਪਰਮਿਸ਼ਨ ਲੈ ਕੇ ਆਵੇ। ਤੇ ਇਹ ਸਰ ਬੋਥ ਅਡਾਪਟ ਜਿਹੜੇ ਦੇ ਰਹੇ ਨੇ ਤੇ ਜਿਹੜੇ ਲੈ ਰਹੇ ਨੇ, ਦੋਨਾਂ ਚ ਕੋਈ ਪਾਰਟੀ ਹੋਵੇ ਆਪਾਂ ਉਦੋਂ ਚਾਈਲਡ ਵੈਲਫੇਅਰ ਅਫਸਰ ਵਾਲੇ ਤੋਰਦੇ ਨੇ। ਹਾਂ ਜੇ ਦੋਵਾਂ ਚੋਂ ਇੱਕ ਵੀ ਬੰਦਾ NRI ਹੈਗਾ ਤਾਂ ਆਪਾਂ ਨੂੰ ਭੇਜਣਾ ਪੈਣਾ। ਜਾਂ ਲੈਣ ਵਾਲੇ ਪੇਰੈਂਟਸ ਜਾਂ ਦੇਣ ਵਾਲੇ ਪੇਰੈਂਟਸ ਕੋਈ ਹੋਵੇ ਤਾਂ ਆਪਾਂ ਉੱਧਰ ਭੇਜ। ਦੇਖੋ ਅਮਰੀਕਾ ਤੋਂ ਤਾਂ ਕੋਈ ਜਵਾਕ ਦਿੰਦਾ ਨਹੀਂ ਇੰਡੀਆ ਚ ਆ ਕੇ ਅਡਾਪਸ਼ਨ ਵਾਸਤੇ, ਇੱਥੋਂ ਲੈ ਕੇ
ਕਿ ਬੰਦਾ ਬਾਹਰੋਂ ਆ ਕੇ ਇੱਥੇ ਜੌਬ ਛੱਡ ਕੇ ਜਾਊਗਾ ਆਪਦਾ। ਨਹੀਂ ਕਈ ਪਿੰਡਾਂ ਸਰ ਹੁੰਦੇ ਆ ਵੀ ਜਵਾਕ ਨੂੰ ਕਹਿੰਦੇ ਪੰਜਾਬੀ ਵਿਰਸਾ ਸਿਖਾਉਣਾ ਜੀ, ਪੰਜਾਬ ਭੇਜੋ। ਮੇਰੇ ਧਿਆਨ 'ਚ ਕੇਸ ਆਇਆ ਸੀਗਾ, ਕਰ ਰਹੇ ਸੀ ਇਹ, ਉਹਨਾਂ ਨੇ ਕਰ ਰਿਹਾ ਸੀ, ਅਸੀਂ ਡਾਇਰੈਕਸ਼ਨ ਦੇ ਦਿੱਤੇ ਸੀ ਉਹਨਾਂ ਨੂੰ ਵੀ ਤੁਸੀਂ ਜਾਓ ਉੱਥੇ। ਇੱਕ ਕੇਸ ਬਠਿੰਡੇ ਆਇਆ ਸੀਗਾ, ਇੱਕ ਇੱਧਰ ਸਮਰਾਲੇ ਵੀ, ਤਾਂ ਮੈਨੂੰ ਧਿਆਨ 'ਚ ਉਹ ਕਹਿੰਦੇ ਸੀ ਉਹਦਾ ਪਰਪਸ ਆਈ ਸੀ ਵੀ ਪੰਜਾਬੀ ਸਕੂਲ 'ਚ ਪੜ੍ਹਾਇਆ ਉਹਨਾਂ ਨੇ ਜਵਾਕ, ਫਿਰ ਉਹ ਸਾਰਾ ਕੁਛ ਏਦਾਂ ਕੀਤਾ। ਫਿਰ ਮਤਲਬ ਕਿ ਕਹਿੰਦੇ 10 ਸਾਲ ਬਾਅਦ ਜਦੋਂ ਪੰਜਾਬੀ ਬਣ ਗਿਆ ਮੁੰਡਾ ਅੰਗਰੇਜ਼ ਤੋਂ, ਫਿਰ ਭੇਜ ਦਾਂਗੇ ਉੱਥੇ। NRI ਦਾ ਮਤਲਬ ਇੱਥੇ ਸਿਟੀਜ਼ਨਸ ਹੈ। ਹਾਂ ਵਿਨੇ ਜਿਹੜੀਆਂ ਕੁਐਰੀਜ਼ ਸੀ ਹੁਣ ਕਰ ਲਾ ਪੁੱਟ ਅਪ। ਰਾਈਟ ਸਰ, ਕੁਐਰੀਜ਼ ਮੈਂ ਦੇਖ ਰਿਹਾ। ਹੈਲੋ, ਹਾਂਜੀ ਸਰ ਇੱਕ ਰਮਨ ਗੁਪਤਾ ਜੀ, ਸਿੰਗਲ ਫੀਮੇਲ ਕੈਨ ਅਡਾਪਟ ਫੀਮੇਲ ਚਾਈਲਡ ਔਰ ਵਾਈਸ ਵਰਸਾ। ਹਾਂਜੀ, ਜਿਹੜੀ ਸਿੰਗਲ ਫੀਮੇਲ ਹੈਗੀ ਆ ਉਹ ਫੀਮੇਲ ਨੂੰ ਵੀ ਅਡਾਪਟ ਕਰ ਸਕਦੀ ਹੈ, ਉਹ ਮੇਲ ਨੂੰ ਵੀ ਅਡਾਪਟ ਕਰ ਸਕਦੀ ਹੈ। ਬਸ ਮੇਲ ਵੇਲੇ ਦੀ ਕੰਡੀਸ਼ਨ ਹੋਣੀ ਚਾਹੀਦੀ ਹੈ ਵੀ 21 ਸਾਲ ਤੋਂ 21 ਸਾਲ ਦਾ ਫਰਕ ਹੋਣਾ ਚਾਹੀਦਾ। ਹੈਲੋ ਸਰ ਉਹ ਇੱਕ ਹੋਰ ਕੁਐਸਚਨ ਕ੍ਰਿਸ਼ਨ ਮਿੱਤਲ ਜੀ ਦਾ, ਉਹ ਸੇਮ ਹੀ ਹੈ ਜਿਹੜਾ ਭੋਗਲ ਸਾਹਿਬ ਦਾ ਜਿੱਦਾਂ ਦਾ ਸੀਗਾ, ਵੀ ਵੀਡੋ ਰੀਮੈਰਿਜ ਕਰ ਲੈਂਦੀ ਹੈ ਦੋਨੋਂ, ਮਤਲਬ ਹਸਬੈਂਡ ਵਾਈਫ ਜਿਹੜੇ ਦੁਬਾਰਾ ਰੀਮੈਰਿਜ ਕਰਦੇ ਆ, ਦੋਨਾਂ ਦੇ ਪਹਿਲਾਂ ਤੋਂ ਬੱਚੇ ਸੀਗੇ, ਤਾਂ ਕੀ ਉਹ ਇੱਕ ਦੂਜੇ ਦੇ ਬੱਚਿਆਂ ਨੂੰ ਅਡਾਪਟ ਕਰ ਸਕਦੇ ਜਾਂ ਨਹੀਂ ਕਰ ਸਕਦੇ? ਹਾਂ ਜੀ, ਉਹਨਾਂ ਦੇ ਕਰ ਸਕਦੇ ਆ, ਕੋਈ ਗੱਲ ਨਹੀਂ। ਉਹ ਸਟੈਪ ਮਦਰ ਬਣੀ ਹੈ ਉਹਦੀ। ਜੇ ਉਹਦੇ ਆਪਦੇ ਪਹਿਲਾਂ ਕੋਈ ਮੁੰਡਾ ਜਾਂ ਕੁੜੀ ਹੈ ਨਹੀਂ ਤੇ ਉਹ ਕਰ ਸਕਦੇ ਵਾਈਸ ਵਰਸਾ। ਜੇ ਪਹਿਲਾਂ ਹੀ ਉਹਦੇ ਮੁੰਡਾ ਹੈਗਾ ਤੇ ਉਹ ਉੱਧਰੋਂ ਵੀ ਮੁੰਡਾ ਆ ਰਿਹਾ, ਫਿਰ ਨਹੀਂ ਕਰ ਸਕਦਾ। ਸਰ ਇੱਕ ਕੁਐਸਚਨ ਇਹ ਵੀ ਹੋ ਜਾਂਦਾ ਨਾ, ਜੇ ਸਟੈਪ ਮਦਰ ਬਣੀ ਗਈ, ਵਾਟ ਇਜ਼ ਦ ਨੀਡ ਫॉर ਅਡਾਪਸ਼ਨ? ਬਸ ਵੈਸੇ ਵੀ ਇਕੱਠੇ ਕਰਨੇ ਸੀ ਲੋਕਾਂ ਨੇ। ਉਹ ਇਹਨਾਂ ਨਵਦੀਪ, ਜਿੱਥੇ ਤੇ ਲੇਡੀ ਦੇ ਚੱਕਰ 'ਚ ਘੱਟ ਹੁੰਦਾ, ਉਹ ਫਾਦਰ ਦਾ ਨਾਮ ਸਰਟੀਫਿਕੇਟ ਤੇ ਆਉਣਾ ਹੁੰਦਾ, ਉਹਦਾ ਬੜਾ ਮਸਲਾ ਬਣਦਾ। ਬੇਸਿਕਲੀ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ। ਬਟ ਉਹ ਆ ਵੀ ਜੇ ਤਾਂ ਦੋ ਮੰਨ ਲਓ ਦੋ ਮੁੰਡੇ ਆ ਜੀ, ਦੋਨੇ ਅਡਾਪਟ ਕਰਨੇ ਆ, ਦੋ ਤਾਂ ਵੈਸੇ ਹੀ ਨਹੀਂ ਕੀਤੇ ਜਾ ਸਕਦੇ, ਜਾਂ ਦੋਨਾਂ ਕੋਲ ਇੱਕ ਮੁੰਡਾ ਉਹ ਵੀ ਨਹੀਂ ਕੀਤਾ ਜਾ ਸਕਦਾ। ਬਟ ਸਰ ਉਹਦੇ ਵਿੱਚ ਨਾ ਬਰਥ ਸਰਟੀਫਿਕੇਟ ਦੇ ਵਿੱਚ ਚੇਂਜ ਕਰਵਾਉਣ ਲਈ ਜਾਂਦੇ ਹੈਗੇ ਆ, ਬਟ ਆਈ ਥਿੰਕ ਜਿਹੜਾ ਬਰਥ ਸਰਟੀਫਿਕੇਟ ਦੇ ਵਿੱਚ ਇੱਕ ਵਾਰੀ ਆ ਗਿਆ ਤਾਂ ਜੇ ਉਹ ਅਡੋਪਸ਼ਨ ਉਸ ਤੋਂ ਬਾਅਦ ਹੋ ਵੀ ਜਾਂਦੀ ਹੈ ਤਾਂ ਵੀ ਬਰਥ ਸਰਟੀਫਿਕੇਟ ਦੇ ਵਿੱਚ ਚੇਂਜ ਹੋਣਾ ਨਹੀਂ ਚਾਹੀਦਾ, ਜਿਹੜਾ ਕਿ ਅੱਜ ਕੱਲ ਆਪਣੇ ਬਾਕੀ ਡਿਪਾਰਟਮੈਂਟਸ ਕਰਦੇ ਆ। ਬਰਥ ਸਰਟੀਫਿਕੇਟ ਤਾਂ ਵੈਸੇ ਹੀ ਬਾਇਓਲੋਜੀਕਲ ਪੇਰੈਂਟ ਦੀ ਗੱਲ ਕਰਦਾ ਨਾ। ਹਾਂਜੀ, ਨਹੀਂ ਬਟ ਨਹੀਂ, ਜਿਹੜਾ ਅਡਾਪਟਿਵ ਜਿਹੜਾ ਫਾਦਰ ਹੈ ਨਾ, ਦੈਟ ਇਜ਼ ਇਕੁਅਲ ਟੂ ਬਾਇਓਲੋਜੀਕਲ। ਹਾਂ ਨਹੀਂ ਦੇਖੋ ਉਹਦੇ 'ਚ ਨਾ ਵੈਸੇ ਤਾਂ ਉਹ ਜਿਹੜੇ ਮਿਊਨਿਸਪਲ ਕਮੇਟੀ ਹੈ ਜੋ ਵੀ ਹੈਗਾ ਉਹ ਗਲਤ ਕਰਦੇ ਨੇ। ਜਦੋਂ ਨੈਚੁਰਲ ਬੋਰਨ ਨੈਚੁਰਲ ਫਾਦਰ ਤਾਂ ਉਹਦਾ ਉਹੀ ਰਹੂਗਾ ਨਾ। ਜਦੋਂ ਅਡਾਪਸ਼ਨ ਹੋ ਗਈ ਉਦੋਂ ਬਾਅਦ ਉਹਦੇ ਰਾਈਟਸ ਮਿਲਣੇ ਫਾਦਰ ਦੇ, ਹੈ ਨਾ, ਭਾਵੇਂ 2 ਸਾਲਾਂ ਬਾਅਦ ਹੋ ਰਹੀ ਹੈ ਬਰਥ, 3 ਸਾਲ ਬਾਅਦ ਹੋ ਰਹੀ ਹੈ, ਉਹ ਨਾਮ ਨਹੀਂ ਚੇਂਜ ਹੋ ਸਕਦਾ, ਕਰਨਾ ਵੀ ਨਹੀਂ ਚਾਹੀਦਾ। ਪਤਾ ਨਹੀਂ ਕਿਉਂ ਕਰੀ ਜਾਂਦੇ ਨੇ। ਪਰ ਉਹਨਾਂ ਨੂੰ ਮੁਤਬੰਨਾ ਕਰਕੇ ਐਂਟਰੀ ਕਰਨੀ ਚਾਹੀਦੀ ਹੈ, ਜਿੱਦਾਂ ਆਪਣੇ ਰੈਵਨਿਊ ਰਿਕਾਰਡ 'ਚ ਹੁੰਦੀ ਹੈ ਕਿ ਓਰੀਜਨਲ ਪੇਰੈਂਟ ਮੁਤਬੰਨਾ ਇਹ ਇਦਾਂ ਕਰਕੇ ਹੋਣੀ ਚਾਹੀਦੀ ਹੈ, ਬਟ ਉਹ ਡਿਲੀਟ ਹੀ ਕਰ ਦਿੰਦੇ ਓਰੀਜਨਲ ਪੇਰੈਂਟ ਨੂੰ। ਅਡਾਪਸ਼ਨ ਤੱਕ ਤਾਂ ਹਾਂ, ਅਡਾਪਸ਼ਨ ਤੱਕ ਤਾਂ ਉਹ ਸੀਗਾ ਹੀ ਨਾ ਫਾਦਰ ਉਹਦਾ, ਅਡਾਪਸ਼ਨ ਤੋਂ ਬਾਅਦ ਆਇਆ ਉਹ। ਸੋ ਓਰੀਜਨਲ ਸਰਟੀਫਿਕੇਟ ਚੱਲਣਾ ਚਾਹੀਦਾ ਤੇ ਨਾਲ ਅਡਾਪਸ਼ਨ ਡੀਡ ਲੱਗ ਕੇ ਵੀ ਹਾਂ ਹੁਣ ਇਹਦਾ ਫਾਦਰ ਆ ਹੋ ਗਿਆ, ਤਾਂ ਕਰਕੇ ਐ ਸਿਸਟਮ ਹੋਣਾ ਚਾਹੀਦਾ ਹੈ। ਚਲੋ ਉਹਨਾਂ ਦਾ ਕੰਮ ਆਪ ਹੀ ਕਰੀ ਜਾਣ, ਜੋ ਮਰਜ਼ੀ ਕਰੀ ਜਾਣ। ਹੈਲੋ, ਹਾਂਜੀ ਹਾਂਜੀ। ਹਸਬੈਂਡ ਵਾਈਫ ਸੀ, ਹਿੰਦੂ ਸੀ, ਉਹਨਾਂ ਦਾ ਡਿਵੋਰਸ ਹੋ ਗਿਆ, ਉਹਨਾਂ ਦੇ ਬੱਚਾ ਸੀ ਇੱਕ। ਉਸ ਤੋਂ ਬਾਅਦ ਵਾਈਫ ਨੇ ਉਹਨਾਂ ਦੀ ਨੇ ਮੁਸਲਿਮ ਲੜਕੀ ਨਾਲ ਮੈਰਿਜ ਕਰ ਲਈ ਤੇ ਉਹ ਜਿਹੜਾ ਹੈਗਾ ਅਡਾਪਸ਼ਨ ਸਕਦੀ ਮੁਸਲਿਮ ਮਤਲਬ ਬੱਚੇ ਨੂੰ, ਉਹਦੇ ਬਾਪ ਦਾ ਨਾਮ ਤਾਂ ਉਹੀ ਰਹੇਗਾ ਪਹਿਲਾਂ ਵਾਲਾ। ਹਾਂਜੀ, ਉਹਦਾ ਫਾਦਰ ਉਹੀ ਰਹੂਗਾ ਜੀ, ਉਹ ਚੇਂਜ ਨਹੀਂ ਕਰ ਸਕਦੇ, ਫਾਦਰ ਉਹੀ ਰਹੂਗਾ। ਤੇ ਜੇ ਉਹ ਅਡਾਪਸ਼ਨ ਕਰਦੀ ਹੈ ਮੁਸਲਿਮ ਨਾਲ ਆਪਦੇ ਜਿਹੜਾ ਹੁਣ ਹਸਬੈਂਡ ਆ ਉਹਦਾ, ਤਾਂ ਉਹ ਵੈਲਿਡ ਨਹੀਂ ਹੈ ਨਾ। ਨਹੀਂ ਉਹ ਹਿੰਦੂ ਅਡਾਪਸ਼ਨ ਐਕਟ ਦੇ ਵਿੱਚ ਫੋਲੋ ਹੀ ਨਹੀਂ ਕਰਦਾ, ਮੁਸਲਿਮ ਕਰ ਨਹੀਂ ਸਕਦਾ, ਉਹ ਕਰ ਹੀ ਨਹੀਂ ਸਕਦਾ, ਕਰ ਹੀ ਨਹੀਂ। ਵੈਸੇ ਵੀ ਮੁਸਲਿਮ ਕਸਟਮਰੀ ਲਾਅ ਵੀ ਨਹੀਂ ਅਲਾਉ ਕਰਦਾ ਅਡਾਪਸ਼ਨ, ਤੋਂ ਪੁਆਇੰਟ ਨਹੀਂ ਕ੍ਰੀਏਟ ਹੋਇਆ। ਹਾਂ, ਮੁਸਲਿਮ ਲਾਅ ਦੇ ਵਿੱਚ ਹੈ ਹੀ ਨਹੀਂ ਅਡਾਪਸ਼ਨ ਦੀ ਪ੍ਰੋਵੀਜ਼ਨ ਹੀ ਹੈ ਨਹੀਂ ਕਿਤੇ, ਰੀਤ ਹੀ ਨਹੀਂ ਹੈਗੀ ਉੱਥੇ। ਹੈਲੋ ਪ੍ਰਵੀਨ ਜੀ, ਤੁਹਾਡੀ ਆਵਾਜ਼ ਬਿਲਕੁਲ ਸਾਫ਼ ਨਹੀਂ, ਪਤਾ ਨਹੀਂ ਲੱਗ ਰਿਹਾ ਕੀ ਕਹਿੰਦੇ ਹੋ। ਜਿਹੜਾ ਵੀਰੇ ਜੀ ਕੋਈ ਹੋਰ ਕੁਐਰੀਜ਼ ਹੈਗੀਆਂ? ਇੱਕ ਮਿੰਟ ਸਰ, ਇੱਕ ਮੇਰੀਆਂ ਕੁਐਰੀਜ਼ ਹੈ। ਹੈਲੋ, ਜਿਨ੍ਹਾਂ ਦੀ ਕੁਐਰੀਜ਼ ਨੇ ਉਹ ਪਲੀਜ਼ ਆਪਣੀ ਲਿਖ ਕੇ ਪਾ ਦੇਣ, ਉਹ ਵਿਨੇ ਜੀ ਫਿਰ ਇੱਕ ਇੱਕ ਕਰਕੇ ਡਿਸਕਸ ਕਰ ਲੈਣਗੇ।
ਚਲੋ ਬੋਲਣ ਦੋ ਸੀਗੀ ਵਿਕਾਸ ਜੀ ਵੱਲੋਂ ਸੀਗੀ, ਉਹ ਤਾਂ ਰਿਗਾਰਡਿੰਗ ਇਨਹੈਰੀਟੈਂਸ ਸੀਗੀ ਕਿ ਜਿਹੜਾ ਬੰਦਾ ਐਡੋਪਸ਼ਨ ਹੈਗੀ ਹੈ ਉਹਦਾ ਓਰੀਜਨਲ ਪੇਰੈਂਟਸ ਤੋਂ ਜਿਹੜੀ ਉਹਨੂੰ ਜ਼ਮੀਨ ਆਣੀ ਹੈ ਉਹਦੇ ਬਾਰੇ ਉਹਦੇ ਕੀ ਰਾਈਟਸ ਹੈਗੇ। ਹਾਂਜੀ, ਉਹਦੇ ਬਾਰੇ ਇਹ ਜਿਹੜੀ ਅਡਾਪਸ਼ਨ ਤੋਂ ਪਹਿਲਾਂ ਬੱਚੇ ਦੇ ਨਾਂ ਤੇ ਪ੍ਰਾਪਰਟੀ ਲੱਗ ਗਈ ਉਹ ਤਾਂ ਉਹਦੇ ਨਾਮ ਰਹਿਣੀ, ਉਹ ਤੋਂ ਵਾਪਸ ਨਹੀਂ ਲਈ ਜਾ ਸਕਦੀ। ਪਰ ਅਡਾਪਸ਼ਨ ਤੋਂ ਬਾਅਦ ਜਿਹੜਾ ਉਹਦੇ ਨਵੇਂ ਅਡਾਪਟਿਵ ਪੇਰੈਂਟਸ ਨੇ ਉਹਦੇ ਨੈਚੁਰਲ ਪੇਰੈਂਟਸ ਬਣ ਜਾਂਦੇ ਨੇ। ਉਹਦੇ ਜਿਹੜੇ ਹੈਗੇ ਨੇ ਪੁਰਾਣੇ ਫੈਮਿਲੀ ਵਿੱਚੋਂ ਸਾਰਾ ਕੁਛ ਕੱਟ ਆਫ ਹੋ ਜਾਂਦਾ ਹੈ। ਹੀ ਕਾਂਟ ਇਨਹੈਰਿਟ, ਆਪਦੀ ਪੁਰਾਣੀ ਫੈਮਿਲੀ ਦੇ ਵਿੱਚੋਂ ਕੁਛ ਨਹੀਂ ਕਰ ਸਕਦਾ, ਉਹ ਇਨਹੈਰਿਟ ਨਹੀਂ ਕਰ ਸਕਦਾ, ਨਾ ਉਹਦੇ ਪਿਓ ਨੂੰ, ਨਾ ਦਾਦੇ ਨੂੰ, ਨਾ ਮਾਂ ਨੂੰ। ਉਹਦੀ ਨਵੀਂ ਫੈਮਿਲੀ ਚੋਂ ਹੀ ਇਨਹੈਰਿਟ ਕਰੂਗਾ। ਪੁਰਾਣੀ ਫੈਮਿਲੀ ਦੇ ਵਿੱਚ ਉਹਦੇ ਰਾਈਟਸ ਇੰਨੇ ਕੁ ਰਹਿੰਦੇ ਆ ਵੀ ਉਹ ਆਪਦੀ ਪੁਰਾਣੀ ਫੈਮਿਲੀ ਦੇ ਵਿੱਚ ਜੇ ਉਹ ਰਹਿੰਦਾ ਹੁੰਦਾ ਐਜ਼ ਓਰੀਜਨਲ ਸਨ ਉੱਥੇ ਰਹਿ ਹੁੰਦਾ, ਜਿਹਦੇ ਨਾਲ ਮੈਰਿਜ ਨਹੀਂ ਕਰਵਾ ਸਕਦਾ ਉਸ ਫੈਮਿਲੀ ਦੇ ਵਿੱਚ ਫੀਮੇਲਸ ਨਾਲ, ਉਹ ਦੁਬਾਰਾ ਨਹੀਂ ਕਰਾ, ਅਡਾਪਸ਼ਨ ਤੋਂ ਬਾਅਦ ਵੀ ਨਹੀਂ ਕਰਵਾ ਸਕਦਾ। ਬਾਕੀ ਉਹਦੇ ਕੋਈ ਰਾਈਟਸ ਨਹੀਂ ਬਚਦੇ ਉੱਥੇ। ਜੇ ਕੋਈ ਉਹਦੀ ਕਜ਼ਨ ਸਿਸਟਰ ਹੈਗੀ ਹੈ ਜਿਹਦੇ ਨਾਲ ਪਹਿਲਾਂ ਵਿਆਹ ਨਹੀਂ ਕਰਾ ਸਕਦਾ, ਲੀਗਲੀ ਨਹੀਂ ਕਰਾ ਸਕਦਾ ਸੀ, ਉਹ ਅਡਾਪਸ਼ਨ ਤੋਂ ਬਾਅਦ ਵੀ ਨਹੀਂ ਕਰਾਊਗਾ, ਕਿਉਂਕਿ ਉਹਦੇ ਵਿੱਚ ਉਹ ਜੀਨਸ ਦਾ ਫਰਕ ਪੈਂਦਾ। ਗਵਰਨਮੈਂਟ ਨੇ ਇਹਨੂੰ ਬੜਾ ਧਿਆਨ 'ਚ ਰੱਖ ਕੇ ਪ੍ਰੋਵੀਜ਼ਨ ਬਣਾਇਆ ਕਿ ਇਨਬਰੀਡਿੰਗ ਨਾਲ ਜਿਹੜੇ ਹੈਗੇ ਨੇ ਜੀਨਸ 'ਚ ਫਰਕ ਪੈਂਦਾ। ਡਾਕਟਰ ਸਾਹਿਬ ਜ਼ਿਆਦਾ ਦੱਸ ਸਕਦੇ ਨੇ। ਜਾਂ ਮੋਰਲੀ ਵੀ ਸਹੀ ਨਹੀਂ ਹੈਗਾ ਵੀ ਇੱਕ ਤਰ੍ਹਾਂ ਦੀ ਤੁਹਾਡੀ ਭੈਣ ਲੱਗਦੀ ਹੈ ਜਾਂ ਕੋਈ ਹੋਰ ਲੱਗਦੀ ਹੈ, ਤੁਸੀਂ ਉਹਦੇ ਨਾਲ ਵਿਆਹ ਕਰਾਓ ਵੀ ਹੁਣ ਤਾਂ ਮੈਂ ਅਡਾਪਸ਼ਨ ਉੱਧਰ ਹੋ ਗਈ ਮੇਰੀ। ਸੋ ਇਸ ਰਾਈਟਸ ਨੂੰ ਛੱਡ ਕੇ ਬਾਕੀ ਹੋਰ ਉਹਦਾ ਕੋਈ ਰਾਈਟ ਉੱਥੇ ਬਚਦਾ ਨਹੀਂ। ਹਾਂਜੀ ਹਾਂਜੀ ਸਰ, ਉਹ ਇਨਸੈਂਗੁਇਨੇਟ ਮੈਰਿਜਿਸ ਕਹਿੰਦੇ, ਉਹਦੇ ਨਾਲ ਡਿਜ਼ੀਜ਼ਿਸ ਵੀ ਕਈ ਵੱਧਦੀਆਂ ਹੈਗੀਆਂ ਜਿਹੜੀਆਂ ਕਈ ਫੈਮਿਲੀਜ਼ ਰੋਇਲ ਫੈਮਿਲੀਜ਼ ਹੈ ਉਹ ਆਪਸ ਦੇ ਵਿੱਚ ਮੈਰਿਜਿਸ ਕਰਦੀਆਂ, ਉਹਦੇ ਨਾਲ ਕੁਝ ਇਦਾਂ ਦੀਆਂ ਬਿਮਾਰੀਆਂ ਵੀ ਹੈਗੀਆਂ ਜੈਨੇਟਿਕ ਜਿਹੜੀਆਂ ਉਹਨਾਂ ਦੇ ਵਿੱਚ ਹੀ ਹੁੰਦੀਆਂ ਹੈਗੀਆਂ। ਫਿਰ ਉੱਥੇ ਘੁੰਮਦੀਆਂ ਰਹਿੰਦੀਆਂ, ਉਹਦਾ ਅੱਛੀ ਗੱਲ ਨਹੀਂ ਹੈਗੀ। ਸਰ ਇੱਕ ਮੈਨੂੰ ਇੱਕ ਹੋਰ ਪੁਆਇੰਟ ਆ ਰਿਹਾ ਸੀ ਧਿਆਨ ਦੇ ਵਿੱਚ ਇਸੇ ਦੇ ਰਿਗਾਰਡਿੰਗ। ਇੱਕ ਨਾ ਮੇਰੇ ਕੋਲ ਇਦਾਂ ਦੀ ਡੀਡ ਵੀ ਆਈ ਸੀ, ਜਿਵੇਂ ਹੁਣ ਆਪਣਾ ਬਲੱਡ ਰਿਲੇਸ਼ਨ ਵਾਲੀਆਂ ਡੀਡਸ ਹੈਗੀਆਂ ਜਿਹੜੀਆਂ ਉਹ ਫ੍ਰੀ ਹੈਗੀਆਂ, ਤਾਂ ਉਹਨਾਂ ਨੇ ਕੀ ਕੀਤਾ ਵੀ ਐਕਚੁਅਲ ਦੇ ਵਿੱਚ ਜਦੋਂ ਹੁਣ ਐਡੋਪਸ਼ਨ ਡੀਡ ਹੋ ਗਈ ਤਾਂ ਜਿਹੜਾ ਨਵਾਂ ਫਾਦਰ ਬਣ ਗਿਆ ਜਾਂ ਨਵਾਂ ਹੀ ਫੈਮਿਲੀ ਉਹਦੀ ਬਣ ਗਈ, ਉਸੇ ਦੇ ਵਿੱਚੋਂ ਹੀ ਬਲੱਡ ਰਿਲੇਸ਼ਨ ਦੀ ਰਜਿਸਟਰੀ ਹੋ ਸਕਦੀ ਹੈ ਫ੍ਰੀ ਆਫ ਕੋਸਟ। ਹਾਂ ਹੋ ਸਕਦੀ ਹੈ। ਇਹਨਾਂ ਵਾਲੀ ਉਹਦੇ ਵਿੱਚੋਂ ਕੀ ਪਹਿਲਾਂ ਵਾਲੇ ਰਾਈਟਸ ਉਹਦੇ ਖਤਮ ਹੋ ਚੁੱਕੇ ਆ। ਹਾਂ, ਬਾਇਓਲੋਜੀਕਲ ਫਾਦਰ ਵੀ ਚਾਹੇ ਉਹਨੂੰ ਕੋਈ ਕਰਵਾਉਣੀ ਚਾਹੁੰਦਾ ਬਟ ਉਹ ਫੀਲਡ ਨਹੀਂ ਹੋਈ। ਹਾਂ ਉਹਨੂੰ ਸਟੈਂਪ ਡਿਊਟੀ ਲੱਗੂਗੀ ਉਹਨੂੰ ਜੀ। ਗੱਲ ਇਹ ਆ ਵੀ ਉਹਦਾ ਬਲੱਡ ਰਿਲੇਸ਼ਨ ਖਤਮ ਹੋ ਜਾਂਦਾ, ਜਿਹੜੀ ਉਹਦੀ ਅਰਲੀਅਰ ਫੈਮਿਲੀ ਹੈ। ਸਿਰਫ ਉਹ ਅਦਰਸ ਜਿਹੜੀਆਂ ਨੇ ਸੋਸ਼ਲ ਟੈਬੂਜ਼ ਉਹ ਮੇਨਟੇਨ ਰਹਿਣਗੇ, ਬਾਕੀ ਚੀਜ਼ਾਂ ਨੇ। ਹਾਂ ਇੱਕ ਕੋਈ ਪੁੱਛ ਰਿਹਾ ਸੀ, ਕਿਸੇ ਦਾ ਕੁਐਰੀ ਸੀ, ਪਤਾ ਨਹੀਂ ਕੀ ਸੀ, ਤੇ ਇਨਹੈਰੀਟੈਂਸ ਵੀ ਕਰਨੀ ਕਿ ਉਹ ਨੈਕਸਟ ਲੈਕਚਰ ਉਹ ਫੇਰ ਕਰਾਂਗੇ। ਹੈ ਲੰਬਾ ਹੋ ਗਿਆ ਕੰਮ। ਇਨਹੈਰੀਟੈਂਸ ਵਾਸਤੇ ਤਾਂ 4-5 ਦਿਨ ਚਾਹੀਦੇ। 4-5 ਦਿਨ। ਜਿੰਤੂ ਦਾ ਸਰ ਕੁਐਰੀ ਹੈਗੀ ਹੈ ਵੀ ਜੇ ਜਿਹੜਾ ਐਡੋਪਟਡ ਚਾਈਲਡ ਹੈ ਜੇ ਉਹ ਆਪਣੇ ਆਪ ਮੇਜਰ ਬਣਨ ਤੋਂ ਬਾਅਦ ਉਹ ਕੈਨਸਲ ਕਰਨਾ ਚਾਹਵੇ ਐਡੋਪਸ਼ਨ ਡੀਡ, ਤਾਂ ਇਦਾਂ ਦੀ ਕੋਈ ਜਜਮੈਂਟ ਹੈਗੀ ਹੈ? ਸਿਵਲ ਕੋਰਟ ਇਸ ਸੈਕਸ਼ਨ 'ਚ ਹੀ ਹੈਗਾ ਵੀ ਰਿਨਾਉਂਸ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ। ਜੇ ਉਹਨੂੰ ਲੱਗੂਗਾ ਵੀ ਮੇਰੇ ਨਾਲ ਧੋਖਾ ਹੋਇਆ ਜਾਂ ਮੇਰੇ ਫਾਦਰ, ਫਿਰ ਉਹਨੂੰ ਸਿਵਲ ਕੋਰਟ ਜਾਣਾ ਪੈਣਾ। ਹੈਲੋ ਹਾਂਜੀ 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 ਬਲਕਾਰ ਸਰ, ਸੰਦੀਪ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਸਰ। ਹੈਲੋ ਬੋਲੋ ਬ੍ਰਦਰ, ਬੋਲੋ, ਆ ਰਹੀ ਆਵਾਜ਼। ਅੱਛਾ ਸਰ, ਇੱਕ ਇਹ ਗੱਲ ਦੱਸਿਓ ਵੀ ਜਿਹੜੀ ਪਲੇਸ ਆਫ ਰਜਿਸਟ੍ਰੇਸ਼ਨ ਹੁੰਦੀ ਹੈ, ਮੰਨ ਲਓ ਵੀ ਜਿਵੇਂ ਵਿਲ ਆਪਾਂ ਕਿਤੇ ਵੀ ਰਜਿਸਟਰ ਕਰ ਸਕਦੇ ਹਾਂ, ਅਡਾਪਸ਼ਨ ਡੀਡ ਵੀ ਕਿਤੇ ਵੀ ਰਜਿਸਟਰ ਹੋ ਸਕਦੀ ਹੈ ਜਾਂ ਐਡਰੈਸ ਮੈਟਰ ਕਰਦਾ ਅਡਾਪਸ਼ਨ 'ਚ? ਅਡਾਪਸ਼ਨ ਦੇ ਵਿੱਚ ਹਾਂ, ਅਡਾਪਸ਼ਨ ਦੇ ਵਿੱਚ ਵੈਸੇ ਤਾਂ ਕੋਈ ਹੈ ਨਹੀਂ ਇਹੋ ਜਿਹਾ ਪ੍ਰੋਵੀਜ਼ਨ, ਪਰ ਜਿੱਥੇ ਜੁਰਿਸਡਿਕਸ਼ਨ ਰਜਿਸਟ੍ਰੇਸ਼ਨ ਦੀ ਜੁਰਿਸਡਿਕਸ਼ਨ ਜਿੱਥੇ ਆਪਣੇ ਨਾਰਮਲ ਕਿੱਥੇ ਹੁੰਦੀ ਹੈ ਨਹੀਂ, ਇਹ ਬਲਕਰਨ ਇਹ ਰੂਲਸ ਵਿੱਚ ਹੈਗਾ, ਇਹਦੀ ਜੁਰਿਸਡਿਕਸ਼ਨ ਸੇਮ ਹੀ ਹੈ। ਜਾਂ ਜਿੱਥੋਂ ਦੇ ਤਿੰਨੇ ਹੀ ਨੇ, ਅਡਾਪਸ਼ਨ ਦੇਣ ਵਾਲੇ, ਅਡਾਪਸ਼ਨ ਲੈਣ ਵਾਲੇ, ਸਿਰਫ ਉਹ ਹੀ ਨੇ, ਦੋ ਹੋਰ ਤੀਸਰੀ ਜਗ੍ਹਾ ਦੋ ਹੀ ਨੇ। ਹਾਂ ਦੋਵਾਂ ਥਾਂ ਕਿਤੇ ਵੀ ਕਰਾ ਲਓ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। ਪੁਆਇੰਟ ਮਿਸ ਹੋ ਗਿਆ ਜਿਹੜਾ ਰਜਿਸਟ੍ਰੇਸ਼ਨ ਦਾ ਸੀਗਾ, ਉਹਦਾ ਕੀ ਤੱਕ ਨਿਕਲਿਆ ਜੀ ਜਿਹੜਾ ਵਿਨय ਜੀ ਨੇ ਰੇਜ਼ ਕੀਤਾ ਸੀ? ਕਿਹੜਾ? ਸਰ ਬਲੱਡ ਰਿਲੇਸ਼ਨ ਵਾਲਾ ਪੁੱਛ ਰਹੇ ਹੈਗੇ। ਉਹ ਭੋਗਲ ਸਾਹਿਬ ਇਦਾਂ ਹੋਇਆ ਸੀਗਾ ਕਿ ਬਲੱਡ ਰਿਲੇਸ਼ਨ ਦਾ ਬੈਨੀਫਿਟ ਜਿਹੜਾ ਹੈਗਾ ਰਜਿਸਟਰੀ ਦਾ ਨਵੀਂ ਫੈਮਿਲੀ ਦਾ ਲੈ ਸਕਦਾ, ਪੁਰਾਣੀ ਫੈਮਿਲੀ ਨਾਲ ਨਹੀਂ ਲੈ ਸਕਦਾ। ਕਲਾਸ 1 ਹੋਰ ਜਾਂ ਉੱਥੇ ਰਿਹਾ ਨਹੀਂ ਉਹਨਾਂ ਦਾ ਉਹ
ਇਸ ਕਰਕੇ ਜਿਹੜਾ ਹੈਗਾ ਉਹ ਨਹੀਂ ਕਰ ਸਕਦਾ। ਫੈਮਿਲੀ ਤੋਂ ਤਾਂ ਲੈ ਹੀ ਸਕਦਾ, ਐ ਤਾਂ ਕੋਈ ਵੀ ਵੱਡੀ ਸਪੋਜ਼ ਕੋਈ 20 ਕਿੱਲਿਆਂ ਦੀ ਰਜਿਸਟਰੀ ਹੈਗੀ, ਕਿੰਨਾ ਸਟਾਂਪ ਡਿਊਟੀ ਬਣ ਜਾਣੀ ਆ, ਬੰਦਾ ਅਡਾਪਸ਼ਨ ਡੀਡ ਕਰਾ ਕੇ ਕਰ ਲਵੇ ਤਾਂ ਸੌਖਾ ਕੰਮ ਹੋ ਗਿਆ ਬੜਾ। ਹੋ ਤਾਂ ਗਿਆ ਵਾਪਸੀ ਨਹੀਂ ਆਊਗਾ ਸਕੇਗਾ ਕੁਛ ਹੈ ਉਹ ਫਿਰ ਜਵਾਕ ਹੋ ਗਿਆ 20 ਕਿੱਲੇ ਤਾਂ ਲੈ ਗਿਆ, ਬਾਅਦ ਚ ਫੈਮਿਲੀ ਤਾਂ ਖਤਮ ਹੋ ਜਾਏਗੀ। ਚਲੋ ਵਿਨੇ ਹੋਰ ਕੋਈ ਹੈ ਨਹੀਂ ਤਾਂ ਕਰ ਲਓ ਫਿਨਿਸ਼ ਫਿਰ। ਆਈ ਥਿੰਕ ਕੁਐਰੀ ਜੇ ਕਿਸੇ ਦੀ ਹੋਰ ਕੁਐਰੀ ਫਿਰ ਉਹ ਨੰਬਰ ਦੇ ਦਿਓ ਬਲਕਰਨ ਦਾ, ਕਰ ਦਿਓ ਡਿਸਪਲੇ ਤੇ ਗੱਲ ਕਰ। ਸਰ ਬਲਕਰਨ ਨੇ ਅਜੇ ਕੰਟੀਨਿਊ ਵੀ ਕਰਨਾ ਸਰ, ਉਹ ਅਗਲਾ ਵੀ ਡਿਸਾਈਡ ਕਰ ਲੈਣੇ ਇਨਹੈਰੀਟੈਂਸ ਵਾਲਾ ਵੀ ਜਿਹੜਾ ਹੈਗਾ ਜੇ ਸਰ ਫਿਰ ਕਰਾਂਗੇ। ਅੱਛਾ ਮਤਲਬ ਅੱਜ ਜਾਂ ਕੱਲ ਦੇ ਵਿੱਚ ਨਹੀਂ, 1.5 ਘੰਟਾ ਹੋ ਗਿਆ ਯਾਰ। ਕੁਐਰੀਜ਼ ਜਿਹੜੀਆਂ ਹੈਗੀਆਂ ਉਹ ਗਰੁੱਪ ਚ ਹਾਂਜੀ ਉਹ ਕਰ ਸਕਦੇ ਹਾਂ ਸ਼ੇਅਰ ਆਪਾਂ। ਆਵਾਜ਼ ਦੀ ਵੀ ਪ੍ਰੋਬਲਮ ਆ ਗਈ ਸਰ, ਉਹ ਅੱਜ ਰੇਨ ਕਰਕੇ ਨਾ ਆਈ ਥਿੰਕ ਕਾਫੀ ਮੋਬਾਈਲ ਕਨੈਕਸ਼ਨ ਜਿਹੜੇ ਪ੍ਰੋਪਰ ਆ ਨਹੀਂ ਰਹੇ ਹੈਗੇ, ਉਹ ਦਿੱਕਤ ਹੈਗੀ ਹੈ। ਚਲੋ ਫਿਨਿਸ਼ ਕਰ ਲਓ ਫਿਰ ਕਰ ਲਾਂਗੇ। ਰਾਈਟ ਸਰ, ਇਹ ਰਿਕਾਰਡਿੰਗ ਕੀਤੀ ਆਪਾਂ ਭੋਗਲ ਸਾਹਿਬ, ਇਹਦੀ ਰਿਕਾਰਡਿੰਗ ਹੋਈ ਵੀ ਹੈ ਕਾਫੀ ਲੈਕਚਰ ਦੀ, ਸਾਰੇ ਦੀ ਤਾਂ ਨਹੀਂ ਹੈਗੀ, ਤੇ ਉਹ ਆਪਾਂ YouTube ਤੇ ਜੇ ਬਲਕਰਨ ਸਰ ਵਿਲਿੰਗ ਹੋਣ ਤਾਂ ਫਿਰ ਆਪਾਂ ਪਾ ਸਕਦੇ ਹਾਂ। ਮੇਰੇ ਕੋਲ ਸਰ ਸਾਰੀ ਰਿਕਾਰਡਿੰਗ ਇਹਦੀ ਕੀਤੀ ਹੈ ਜੀ, ਗਲਤ ਗੱਲ ਮੇਰੇ ਕੋਲ ਸਰ ਸਾਰੀ ਰਿਕਾਰਡਿੰਗ ਇਹਦੀ ਕੀਤੀ। ਰਿਕਾਰਡਿੰਗ ਮੈਂ ਸਾਰੀ ਗੱਲ ਸ਼ੁਰੂ ਤੋਂ ਹੀ ਕਰ ਲਈ ਸੀਗੀ ਜੀ ਇਹਦੀ। ਅੱਛਾ ਤੁਹਾਡੇ ਓਕੇ, ਨਹੀਂ ਤੁਹਾਡੇ ਕੋਲ ਰਾਈਟ ਰਿਕਾਰਡਿੰਗ। ਚਲੋ ਬਲਕਰਨ ਸਰ ਕਰਨੀ ਹੈ ਸ਼ੇਅਰ ਜਾਂ ਨਹੀਂ ਕਰਨੀ ਰਿਕਾਰਡਿੰਗ? ਕਰ ਲਓ, ਆਪਾਂ ਕਿਹੜਾ ਗਲਤ ਗੱਲ ਕੀਤੀ ਕੋਈ। ਠੀਕ ਹੈ ਜੀ। ਕਿਉਂ ਵਿਨੇ ਉਹ ਰਜਿਸਟਰੀਆਂ ਵਾਲੇ ਦਿਨ ਨੂੰ ਛੱਡ ਕੇ ਬਾਕੀ ਜਿੰਨੀ ਮਰਜ਼ੀ ਸ਼ੇਅਰ ਕਰੀ ਜੋ, ਰਜਿਸਟਰੀਆਂ ਨਾ ਕਰਿਓ। ਚਲੋ ਕਰ ਲਓ ਸ਼ੇਅਰ ਤੇ ਚਲੋ ਠੀਕ ਹੈ ਜੀ। ਜੇ ਇਹਨਾਂ ਦੀ ਕੁਐਰੀਜ਼ ਜਿਹੜੀਆਂ ਹੈਗਾ ਫਿਰ ਲਿਖਤੀ ਭੇਜ ਦੇਣਗੇ, ਜੇ ਕੋਈ ਹੈ ਪ੍ਰੈਜ਼ੈਂਟ ਹੈਗੀ ਤਾਂ ਪੁੱਛ ਲਓ। ਅੱਜ ਸਰ ਲਾਈਕ 40 ਤੋਂ ਵੱਧ ਪਾਰਟਿਸਿਪੇਟ ਹੈਲੋ ਲਾਈਕ ਮੋਰ ਦੈਨ 40 ਪਾਰਟਿਸਿਪੈਂਟ ਸੀ ਸਰ। ਆਵਾਜ਼ ਨਹੀਂ ਇੱਕ ਤਾਂ ਵੱਧ ਪਾਰਟਿਸਿਪੈਂਟ ਸੀ ਆਪਣੀ ਜ਼ੂਮ ਮੀਟਿੰਗ। ਮੈਂ ਕਿਹਾ ਜੇ ਕਿਸੇ ਦੀ ਪ੍ਰੈਜ਼ੈਂਟ ਕੁਐਰੀ ਕੋਈ ਹੈਗੀ ਹੈ ਤਾਂ ਪੁੱਛ ਲਓ, ਨਹੀਂ ਤਾਂ ਫਿਰ ਫਿਨਿਸ਼ ਕਰ ਲਓ, ਫਿਰ ਨੈਕਸਟ ਕਰ ਲਾਂਗੇ। ਇੱਕ ਵੀਵੋ ਪੁੱਛ ਰਹੇ ਹਾਂ। ਪ੍ਰਵੀਨ ਜੀ ਬੋਲ ਰਿਹਾ, ਆਵਾਜ਼ ਨਾ ਹੀ ਸਾਫ਼ ਨਹੀਂ ਹੈ। ਡਾਕਟਰ ਵਿਨੇ ਹਾਂਜੀ ਕਰ ਲਾਂਗੇ ਇਹਨਾਂ ਨਾਲ। ਠੀਕ ਹੈ ਸਰ, ਫਿਰ ਬਾਅਦ ਦੇ ਵਿੱਚ ਕਰ ਲੈਣਾ, ਵੌਇਸ ਕਲੀਅਰ ਕਰ ਲਾਂਗੇ। ਠੀਕ ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਠੀਕ ਹੈ ਸਰ, ਥੈਂਕ ਯੂ ਜੀ, ਬਲਜਿੰਦਰ ਸਰ, ਅਮਿਤ ਅਰੋੜਾ ਜੀ, ਪ੍ਰਭਾਤ ਸਰ, ਅਮਨਦੀਪ ਜੀ, ਚਾਵਲਾ ਜੀ। ਥੈਂਕ ਯੂ ਸਰ, ਥੈਂਕ ਯੂ ਬਲਕਰਨ ਸਰ, ਥੈਂਕ ਯੂ ਵਿਨੇ ਸਰ ਐਂਡ ਥੈਂਕ ਯੂ ਧੰਨ ਸਾਹਿਬ, ਬਹੁਤ ਵਧੀਆ। ਥੈਂਕ ਯੂ ਸੰਦੀਪ ਜੀ, ਕੇ ਮਿੱਤਲ, ਦਲਵਿੰਦਰ ਸਿੰਘ, APS ਸੋਮਲ, ਸੰਦੀਪ ਸਿੰਘ ਜੀ। ਠੀਕ ਹੈ ਜੀ, ਥੈਂਕ ਯੂ, ਧੰਨਵਾਦ ਸਾਰਿਆਂ ਦਾ। ਮੈਂ ਥੋੜੇ ਟਾਈਮ ਰਿਕਾਰਡਿੰਗ ਜਿਹੜੀ ਹੈ ਉਹ ਸ਼ੇਅਰ ਕਰ ਦਿੰਦੇ ਆ ਗਰੁੱਪ ਦੇ ਵਿੱਚ। ਧੰਨਵਾਦ ਸਰ ਸਾਰਿਆਂ ਦੇ, ਧੰਨਵਾਦ। ਓਕੇ ਜੀ, ਧੰਨਵਾਦ ਜੀ ਬਲਕਰਨ ਜੀ, ਪ੍ਰਧਾਨ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ। ਗਰੁੱਪ ਦੇ ਵਿੱਚ ਸਰ ਜਿਹੜੇ ਸਾਰੇ ਆਪਾਂ ਆਪਦੀ ਉਹ ਫੀਡਬੈਕ ਵੀ ਸ਼ੇਅਰ ਕਰ ਸਕਦੇ ਹਾਂ, ਜਿਹੜੇ ਨਹੀਂ ਪਾਰਟਿਸਿਪੇਟ ਹੋਏ ਉਹਨਾਂ ਨੂੰ ਮੋਟੀਵੇਸ਼ਨ ਮਿਲੇਗੀ ਥੋੜੀ। Thanks sir, very nice discussion. Thank you sir. Thank you ji, thank you so much ji.